देश दुनिया च वसदे पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल सीनियर जर्नलिस्ट जी भास्कर जी, इंद्रप्रीत जी, मैं जी आया आखदा। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੰਨੀ ਦਿਨੀ ਸੱਤਾ ਦੇ ਗਲਿਆਰਿਆਂ 'ਚ ਤੇ ਹੱਟੀਆਂ ਭੱਟੀਆਂ ਤੇ ਇੱਕ ਹੀ ਬਹਿਸ ਚੱਲਦੀ ਆ ਕਿ ਮੁੱਖ ਮੰਤਰੀ ਤੇ ਗਵਰਨਰ ਦੇ ਵਿੱਚ ਜਿਹੜੀ ਟਸਲ ਹੈ ਇਹ ਕਿਹੜਾ ਰੂਪ ਲਊਗੀ, ਖਾਸ ਤੌਰ ਤੇ ਸੱਤਾ ਦੇ ਗਲਿਆਰਿਆਂ 'ਚ ਜਿਨ੍ਹਾਂ ਦੇ ਵਿੱਚ ਬਿਊਰੋਕ੍ਰੇਸੀ ਆਉਂਦੀ ਹੈ ਔਰ ਜਿਹਦੇ ਵਿੱਚ MLAs ਆਉਂਦੇ ਨੇ, ਸਿਆਸੀ ਲੋਕ ਆਉਂਦੇ ਨੇ ਕਿ ਇਹ ਲੜਾਈ ਹੁਣ ਕਿਸ ਦਿਸ਼ਾ ਨੂੰ ਜਾਏਗੀ। ਗਵਰਨਰ ਸਪਸ਼ਟ ਸਟੈਂਡ ਲੈ ਚੁੱਕੇ ਨੇ ਕਿ ਇਹ ਸੈਸ਼ਨ ਗੈਰ ਕਾਨੂੰਨੀ ਆ ਤੇ ਮੁੱਖ ਮੰਤਰੀ ਕਹਿੰਦੇ ਨੇ ਇਹ ਕਾਨੂੰਨੀ ਆ। ਹੁਣ ਇਹਦੇ 'ਚ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਵੀ ਸਮਾਨਾਂਤਰੀ ਗਲਤੀਆਂ ਕਰਦੇ ਰਹਿੰਦੇ ਆ, ਜਿਵੇਂ ਸਰਕਾਰ ਗਲਤੀ ਕਰ ਰਹੀ ਸੀ। ਜੇਕਰ ਪਿਛਲਾ ਸੈਸ਼ਨ ਪ੍ਰੋਰੋਗ ਨਹੀਂ ਹੋਇਆ ਤਾਂ ਫਿਰ ਇਹਨੂੰ ਸੈਸ਼ਨ ਕਿਹਾ ਨਹੀਂ ਜਾ ਸਕਦਾ। ਇਹ ਤਾਂ ਪਿਛਲੇ ਸੈਸ਼ਨ ਦੀ ਇਜਲਾਸ ਦੀ ਅਗਲੀ ਇੱਕ ਬੈਠਕ ਸੀ ਜਿਹਨੂੰ ਰੀਕਨਵੀਨ ਕੀਤਾ ਗਿਆ। ਸ਼ਾਇਦ ਇਸੇ ਕਰਕੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕਰਨ ਦੀ ਜ਼ਰੂਰਤ ਵੀ ਨਹੀਂ ਸਮਝੀ ਗਈ। ਹੁਣ ਜਿਹੜਾ ਗਵਰਨਰ ਨੇ ਸਵਾਲ ਉਠਾਇਆ ਉਹ ਇਸ ਕਰਕੇ ਅਹਿਮ ਆ ਕਿ ਗਵਰਨਰ ਕਾਨੂੰਨ ਘਾੜਿਆਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਗੈਰ ਕਾਨੂੰਨੀ ਕੰਮ ਕੀਤਾ। ਹੁਣ ਕਾਨੂੰਨ ਘਾੜੇ ਜਦੋਂ ਕਟਹਿਰੇ 'ਚ ਨੇ ਤਾਂ ਫਿਰ ਇਸ ਸਵਾਲ ਨੂੰ ਹੋਰ ਵੱਡੇ ਪੱਧਰ ਤੇ ਐਡਰੈਸ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਗਵਰਨਰ ਸਾਹਿਬ ਨੇ ਇਹਦੇ ਸੰਬੰਧੀ ਕੋਈ ਬਹੁਤ ਵੱਡੇ ਵਕੀਲਾਂ ਦੀ ਰਾਏ ਲਈ ਹੈ। ਜਿੱਥੋਂ ਤੱਕ ਮੇਰੀ ਜਾਣਕਾਰੀ ਆ, ਇਹ ਰਾਏ ਗਵਰਨਰ ਸਾਹਿਬ ਨੇ ਕਿਸੇ ਵਕੀਲ ਦੇ ਨਾਂ ਥੱਲੇ ਜਾਂ ਕਿਸੇ ਸੰਵਿਧਾਨਕ ਐਕਸਪਰਟ ਦੇ ਨਾਂ ਥੱਲੇ ਸਰਕਾਰ ਨੂੰ ਨਹੀਂ ਭੇਜੀ। ਇਹਨੂੰ ਟੁੱਟਵੇਂ ਰੂਪ 'ਚ ਵੱਖ-ਵੱਖ ਤਰ੍ਹਾਂ ਦੇ ਕੋਟ ਕਰਕੇ ਉਹ ਭੇਜੀ ਗਈ ਆ। ਔਰ ਮੈਨੂੰ ਹੈਰਾਨੀ ਇਸ ਗੱਲ ਦੀ ਆ ਕਿ ਹੁਣ ਤੱਕ ਸਰਕਾਰ ਨੇ ਇਹ ਸਪਸ਼ਟ ਕਿਉਂ ਨਹੀਂ ਕੀਤਾ ਕਿ ਗਵਰਨਰ ਸਾਹਿਬ ਨੇ ਜਿਹੜੀ ਰਾਏ ਭੇਜੀ ਆ ਉਹ ਕੀ ਆ ਔਰ ਕਿੰਨੇ ਦਿੱਤੀ ਹੋਈ ਆ। ਤੇ ਜੇਕਰ ਇਹ ਰਾਏ ਕਿਸੇ ਐਕਸਪਰਟ ਦੀ ਨਹੀਂ ਤਾਂ ਮੁੱਖ ਮੰਤਰੀ ਨੇ ਹੁਣ ਤੱਕ ਚਿੱਠੀ ਕਿਉਂ ਨਹੀਂ ਲਿਖੀ ਕਿ ਗਵਰਨਰ ਸਾਹਿਬ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਰਾਏ ਦਿੱਤੀ ਆ ਕਾਈਂਡਲੀ ਸਾਨੂੰ ਉਹਨਾਂ ਨਾਲ ਬੈਠਣ ਦਾ ਮੌਕਾ ਦਿਓ। ਹਰ ਗੱਲ 'ਚ ਲੜਾਈ ਜ਼ਰੂਰੀ ਨਹੀਂ ਹੁੰਦੀ ਇੰਦਰਪ੍ਰੀਤ ਜੀ। ਸਾਰੀਆਂ ਗੱਲਾਂ ਦੇ ਵਿੱਚ ਕੀ ਗਵਰਨਰ ਸਾਹਿਬ ਨੇ ਇੱਕ ਸਟੇਟਸਮੈਨ ਵਾਲੀ ਭੂਮਿਕਾ 'ਚ ਆਉਂਦਿਆਂ ਮੁੱਖ ਮੰਤਰੀ ਤੇ ਸਪੀਕਰ ਨੂੰ ਜੇ ਰਸਮੀ ਸੱਦਾ ਹੀ ਦੇ ਲੈਂਦੇ ਵੀ ਆਓ ਬੈਠ ਕੇ ਗੱਲ ਕਰ ਲਈਏ ਕਿ ਤੁਹਾਡਾ ਇਹ ਕੰਮ ਤਾਂ ਗੈਰ ਕਾਨੂੰਨੀ, ਤੇ ਜੇ ਮੁੱਖ ਮੰਤਰੀ ਸਾਹਿਬ ਹੀ ਗਵਰਨਰ ਤੋਂ ਸਮਾਂ ਮੰਗ ਲੈਂਦੇ ਔਰ ਆਪਣੇ ਸਪੀਕਰ ਨਾਲ ਜਾ ਕੇ ਪੁੱਛ ਲੈਂਦੇ ਕਿ ਦੱਸੋ ਗੈਰ ਸੰਵਿਧਾਨਕ ਕਿੱਥੇ ਆ। ਹੁਣ ਇਹ ਜਿੰਨਾ ਚਿਰ ਮਾਮਲਾ ਫਸਿਆ ਹੋਇਆ ਫੁੱਟਬਾਲ ਵਾਂਗ, ਇਹਦੇ ਤੇ ਅੱਗੇ ਕਿੱਦਾਂ ਵਧੋਗੇ। ਦੂਜਾ ਸਵਾਲ ਵੀ ਕਾਫੀ ਅਹਿਮ ਆ ਕਿ ਅਫਸਰ ਜਦੋਂ ਕਿਤੇ ਗਲਤ ਹੋ ਜਾਂਦੇ ਆ ਤੇ ਉਹਨਾਂ ਨੂੰ ਸਪੀਕਰ ਦੇ ਸਾਹਮਣੇ ਜਾਣਾ ਪੈਂਦਾ, ਉਹਨਾਂ ਨੂੰ ਪ੍ਰਿਵਿਲੇਜ ਕਮੇਟੀ ਦੇ ਸਾਹਮਣੇ ਜਾਣਾ ਪੈਂਦਾ। ਕੱਲ ਦਲੀਪ ਕੁਮਾਰ ਪ੍ਰਿਵਿਲੇਜ ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਆ ਤੇ ਮਾਮਲਾ ਸੀ ਗੁਰਪ੍ਰੀਤ ਗੋਗੀ ਵਾਲਾ। ਇਹਦੇ ਵਿੱਚ ਜੋ ਅੱਗੇ ਵੱਧਦੀ ਗੱਲ ਉਹ ਤੁਹਾਡੇ ਨਾਲ ਸਾਂਝ ਪਾਉਂਦੇ ਆ। ਕੱਲ ਇੱਕ ਹੋਰ MLA ਦਾ ਰੌਲਾ ਪੈਂਦਾ ਰਿਹਾ। ਖੈਰ ਇਹ ਰੌਲੇ ਤਾਂ ਚੱਲਦੇ ਰਹਿਣਗੇ ਪਰ ਰੌਲਾ ਤਹਿਸੀਲਦਾਰਾਂ ਦਾ ਵੀ ਨਹੀਂ ਮੁੱਕਿਆ। ਇੱਕ ਰੌਲਾ ਜਿਹੜਾ ਚੰਗਾ ਲੱਗਿਆ ਉਹ ਸੀ ਇੱਕ ਡਿਨਰ। ਉਹ ਡਿਨਰ ਸੀਗਾ ਵਿਕਰਮ ਸਾਨੀ ਵੱਲੋਂ ਦਿੱਤਾ ਗਿਆ। ਵਿਕਰਮਜੀਤ ਸਿੰਘ ਸਾਨੀ ਮੈਂਬਰ ਰਾਜ ਸਭਾ ਆਮ ਆਦਮੀ ਪਾਰਟੀ, ਉਹਨਾਂ ਵੱਲੋਂ ਪੰਜਾਬ ਦੇ ਸਾਰੇ MP ਇਕੱਠੇ ਕੀਤੇ ਗਏ ਕਿ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠੀਏ, ਸਟੇਟ ਲਈ ਕੇਂਦਰ ਨਾਲ ਆਪਣੇ ਮੁੱਦੇ ਉਠਾਈਏ। ਇਹ ਚੰਗੀ ਪਹਿਲ ਆ। ਇੰਦਰਪ੍ਰੀਤ ਜੀ ਦੋ ਖਬਰਾਂ ਦੇ ਉੱਤੇ ਖੜੇ ਸੀਗੇ, ਇਹਨਾਂ ਦੀਆਂ ਆਪਣੀਆਂ ਖਬਰਾਂ ਸੀਗੀਆਂ ਕਿ ਆਖਿਰ ਆਨੰਦ ਮੈਰਿਜ ਐਕਟ ਵਾਪਸ ਕਿਉਂ ਚਰਚਾ ਦੇ ਵਿੱਚ ਆਇਆ, ਕਿਹੜੇ ਨੁਕਤੇ ਆ ਜਿਹੜੇ ਚਰਚਾ ਕੀਤੀ ਜਾ ਰਹੀ ਆ। ਇੰਦਰਪ੍ਰੀਤ ਜੀ ਆਪਾਂ ਇਸ ਗੱਲ ਤੇ ਜ਼ਰੂਰ ਆਈਏ ਕਿ ਸਟੇਟਸਮੈਨਸ਼ਿਪ ਤਾਂ ਕਿਸੇ ਨੇ ਨਹੀਂ ਦਿਖਾਈ। ਗਵਰਨਰ ਸਾਹਿਬ ਨੂੰ ਜੇ ਕੁਝ ਗੈਰ ਕਾਨੂੰਨੀ ਲੱਗ ਰਿਹਾ ਸੀ ਤੇ ਉਹ ਸਪੀਕਰ ਔਰ ਮੁੱਖ ਮੰਤਰੀ ਨੂੰ ਸੱਦ ਲੈਂਦੇ, ਜਾਂ ਜੇਕਰ ਸੱਚਮੁੱਚ ਹੀ ਇਹਦੇ ਵਿੱਚ ਮੁੱਖ ਮੰਤਰੀ ਨੂੰ ਲੱਗਦਾ ਕਿ ਗਵਰਨਰ ਸਾਹਿਬ ਗਲਤ ਕਰ ਰਿਹਾ ਤੇ ਆਪਾਂ ਲੜਾਈ ਵੱਖਰੇ ਵੱਖਰੇ ਮੰਚਾਂ ਤੇ ਕਿਉਂ ਲੜਨੀ ਆ, ਉਹ ਸਪੀਕਰ ਸਾਹਿਬ ਦੇ ਨਾਲ ਇਕੱਠਿਆਂ ਗਵਰਨਰ ਸਾਹਿਬ ਤੋਂ ਮਿਲਣ ਦਾ ਸਮਾਂ ਮੰਗ ਲੈਂਦੇ ਔਰ ਇਹ ਗੱਲ ਬਹਿ ਕੇ ਨਿਪਟਾਈ ਜਾ ਸਕਦੀ ਸੀਗੀ। ਵੱਡੀ ਗੱਲ ਆ ਕਿ ਗਵਰਨਰ ਸਾਹਿਬ ਨੂੰ ਮੁੱਖ ਮੰਤਰੀ ਚਿੱਠੀ ਲਿਖ ਕੇ ਕਿਉਂ ਨਹੀਂ ਪੁੱਛਦੇ ਕਿ ਜਿਹੜੀ ਐਕਸਪਰਟਸ ਦੀ ਰਾਏ ਹੈ ਉਹ ਐਕਸਪਰਟਸ ਸਾਡੇ ਨਾਲ ਵੀ ਬਿਠਾ ਦਿਓ, ਸਾਨੂੰ ਦੱਸ ਦੇਣ ਵੀ ਅਸੀਂ ਕਿੱਥੇ ਗਲਤ ਆ। ਕਿਉਂਕਿ ਕਾਨੂੰਨ ਘਾੜੇ ਹੀ ਜੇਕਰ ਗਲਤ ਹੋ ਗਏ ਤਾਂ ਸਵਾਲ ਤਾਂ ਵੱਡਾ ਹੈ ਨਾ। ਗਵਰਨਰ ਸਾਹਿਬ ਨੇ ਸੰਵਿਧਾਨਕ ਸੰਕਟ ਤੇ ਖੜਾ ਕਰਤਾ ਕਿ ਕਾਨੂੰਨ ਬਣਾਉਣ ਵਾਲੇ ਕਾਨੂੰਨ ਤੋੜ ਰਹੇ ਆ। ਤਾਂ ਮੈਨੂੰ ਲੱਗਦਾ ਕਿ ਇਹ ਮਾਮਲਾ ਇਸੇ ਸਪਿਰਿਟ ਵਿੱਚ ਐਡਰੈਸ ਹੋਣਾ ਚਾਹੀਦਾ ਸੀ, ਜਿਹੜਾ ਨਹੀਂ ਹੋ ਰਿਹਾ। ਰੰਧਾਵਾ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਕੱਠੇ ਬੈਠ ਲੈਂਦੇ, ਇਹ ਉਦੋਂ ਚੀਜ਼ਾਂ ਸੰਭਵ ਨੇ ਜਦੋਂ ਗਵਰਨਰ ਜਾਂ ਮੁੱਖ ਮੰਤਰੀ ਇਹ ਚੀਜ਼ਾਂ ਨੂੰ ਹੱਲ ਕਰਨਾ ਚਾਹੁੰਦੇ ਹੋਣ। ਜੇ ਤਾਂ ਹੱਲ ਹੀ ਕਰਨਾ ਚਾਹੁੰਦੇ ਹੋਣ ਫਿਰ ਇਹ ਸੰਭਵ ਹੈ। ਜਿਹੜੀ ਗੱਲ ਤੁਸੀਂ ਕਹੀ ਹੈ ਵੀ ਆਪਾਂ ਬੈਠੀਏ ਜਾਂ ਆਪਣੇ ਐਕਸਪਰਟ ਸਾਨੂੰ ਦੱਸ ਦਿਓ, ਅਸੀਂ ਆਪਣੇ ਐਕਸਪਰਟ ਤੁਹਾਡੇ ਕੋਲ ਭੇਜ ਦਿੰਦੇ ਹਾਂ, ਤਾਂ ਫਿਰ ਇਹ ਚੀਜ਼ਾਂ ਸੰਭਵ ਨੇ। ਪਰ ਜੇ ਆਪਾਂ ਟਸਲ ਬਣਾ ਕੇ ਰੱਖਣੀ ਹੈ ਫਿਰ ਇਹ ਸੰਭਵ ਨਹੀਂ ਹੈਗਾ। ਫਿਰ ਤਾਂ ਇਹ ਠੀਕ ਹੋ ਰਿਹਾ ਜੋ
ਔਰ ਉਸ ਦਿਸ਼ਾ 'ਚ ਹੀ ਹੋ ਰਿਹਾ ਜਿਸ ਦਿਸ਼ਾ 'ਚ ਦੋਨੋਂ, ਚਾਹੇ ਗਵਰਨਰ ਹੋਣ ਚਾਹੇ ਮੁੱਖ ਮੰਤਰੀ ਹੋਣ, ਕੰਮ ਕਰਨਾ ਚਾਹੁੰਦੇ ਉਹ ਕਰ ਰਹੇ ਆ। ਇੱਕ ਸਵਾਲ ਤੁਸੀਂ ਉਠਾਇਆ ਸੀਗਾ ਕਿ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹਦੀ ਅਗਲੀ ਮੀਟਿੰਗ ਹੀ ਹੈ, ਸੈਸ਼ਨ ਨਹੀਂ ਹੈ। ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ। ਇੱਕ ਤਾਂ ਅਗਰ ਇਹਨੂੰ ਸੈਸ਼ਨ ਮੰਨਿਆ ਜਾਂਦਾ ਹੈ ਵੀ ਅਲੱਗ ਸੈਸ਼ਨ ਹੈ ਤਾਂ ਫਿਰ ਜਿਸ ਤਰ੍ਹਾਂ ਦਾ ਹੋਇਆ ਉਹ ਠੀਕ ਹੈ। ਉਹਦੇ 'ਚ ਇੱਕ ਖਾਮੀ ਸੀ ਵੀ ਤੁਸੀਂ BSE ਦੀ ਮੀਟਿੰਗ ਨਹੀਂ ਕੀਤੀ। ਜਿਹੜਾ ਸਰਕਾਰ ਵੱਲੋਂ ਗਵਰਨਰ ਸਾਹਿਬ ਨੂੰ ਭੇਜੀ ਗਈ ਸੀ ਚਿੱਠੀ, ਉਹਦੇ 'ਚ ਕਿਹਾ ਸੀ ਬਜਟ ਸੈਸ਼ਨ ਦਾ ਹੀ ਵਿਸਤਾਰ ਹੈ, ਅਸੀਂ ਬਜਟ ਸੈਸ਼ਨ ਦੇ ਵਿਸਤਾਰ ਜਿਹੜਾ ਬੁਲਾਇਆ ਸੀ ਉਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਯਾਨੀ ਕਿ ਇੱਕ ਮੀਟਿੰਗ ਹੋਰ ਕਰਨਾ ਚਾਹੁੰਦੇ ਹਾਂ। ਜੇ ਇਹ ਹੈ ਤਾਂ ਫਿਰ ਤੁਹਾਡਾ ਪ੍ਰਸ਼ਨ ਕਾਲ ਕਿੱਥੇ ਗਿਆ? ਫਿਰ ਤਾਂ ਸੈਸ਼ਨ ਚੱਲ ਰਿਹਾ, ਫਿਰ ਤਾਂ ਪ੍ਰਸ਼ਨ ਕਾਲ ਆਉਣਾ ਚਾਹੀਦਾ ਸੀਗਾ, ਫਿਰ ਧਿਆਨ ਆਕਰਸ਼ਣ ਪ੍ਰਸਤਾਵ ਆਉਣੇ ਚਾਹੀਦੇ ਸੀਗੇ, ਫਿਰ 0 ਓਵਰ ਹੋਣਾ ਚਾਹੀਦਾ ਸੀਗਾ, ਫਿਰ ਤਾਂ ਸਾਰੇ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਜੋ ਬਜਟ ਸੈਸ਼ਨ 'ਚ ਸੀਗੀਆਂ ਜਾਂ ਮਤਲਬ ਹੋ ਰਹੀਆਂ ਸੀਗੀਆਂ। ਤਾਂ ਇਹ ਚੀਜ਼ਾਂ ਤੁਸੀਂ ਨਹੀਂ ਪਾਈਆਂ। ਇੱਕ ਸਵਾਲ ਇਹ ਹੈ, ਫਿਰ ਇਹ ਉੱਠੂਗਾ ਜੇ ਤੁਸੀਂ ਇਹ ਗੱਲ ਕਰੋਗੇ ਵੀ ਉਹ ਮੀਟਿੰਗ ਹੈ, ਫਿਰ ਇਹ ਨਾਲ ਉੱਠੂਗਾ ਸਵਾਲ ਵੀ ਫਿਰ ਜੇ ਮੀਟਿੰਗ ਸੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਕਵਰ ਕੀਤੀਆਂ ਗਈਆਂ? ਇਹ ਵੀ ਨਾਲ ਕਵਰ ਕੀਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ। ਅਸਲ 'ਚ ਦਿੱਕਤ ਇਹ ਹੋ ਰਹੀ ਹੈ ਰੰਧਾਵਾ ਸਾਹਿਬ ਕਿ ਰਿਲੇਸ਼ਨ ਕੋਰਡੀਅਲ ਨਹੀਂ ਹੋ ਰਹੇ, ਰਾਜਨੀਤੀ ਉਹਦੇ ਉੱਤੇ ਭਾਰੀ ਹੋ ਰਹੀ ਹੈ। ਇੱਕ ਪਾਸੇ ਗਵਰਨਮੈਂਟ ਆਫ ਇੰਡੀਆ ਜਿਹੜਾ ਇਹ ਚਾਹੁੰਦੀ ਹੈ ਵੀ ਸਾਰੇ ਅਧਿਕਾਰ ਸਾਰਾ ਕੁਝ ਉਹਦਾ ਕੋਲ ਹੀ ਹੋਵੇ, ਉਹ ਕਿਸੇ ਨੂੰ ਵੀ ਇੱਕ ਚੀਜ਼ ਵੀ ਦੇ ਕੇ, ਜਿਹਨੂੰ ਕਹਿੰਦੇ ਸੂਈ ਦੀ ਨੋਕ ਦੇ ਬਰਾਬਰ ਵੀ ਕਿਸੇ ਨੂੰ ਅਧਿਕਾਰ ਨਹੀਂ ਦੇਣੇ, ਉਸ ਤਰ੍ਹਾਂ ਦੀ ਹੈ। ਦੂਜੇ ਪਾਸੇ ਜਿਹੜੇ ਚੁਣੀਆਂ ਹੋਈਆਂ ਸਰਕਾਰਾਂ ਨੇ ਉਹ ਇਸ ਗੱਲ ਨੂੰ ਫਿਰ ਮਹਿਸੂਸ ਕਰਦੀਆਂ ਨੇ ਕਿ ਵੀ ਫਿਰ ਸਾਨੂੰ ਕਾਹਦੇ ਰਾਈਟ ਨੇ, ਅਸੀਂ ਕਾਹਦੇ ਲਈ ਚੁਣ ਕੇ ਆਏ ਹਾਂ। ਚਾਹੇ ਆਰਡੀਨੈਂਸ ਦਾ ਮਾਮਲਾ ਹੈ, ਭਾਸਕਰ ਸਾਹਿਬ ਕਰਨਗੇ ਅੱਗੇ, ਆਣਾ ਹੀ ਹੈ ਇਹ ਵੀ ਸੇਮ ਉਸੇ ਤਰ੍ਹਾਂ ਦਾ ਹੀ ਹੈ। ਇੱਥੇ ਵੀ ਸੇਮ, ਥੋੜਾ ਜਿਹਾ ਫਰਕ ਇੰਨਾ ਕਿ ਇੱਥੇ ਫੁੱਲ ਫਲੈਜਡ ਗਵਰਨਮੈਂਟ ਹੈ, ਉੱਥੇ ਫੁੱਲ ਫਲੈਜਡ ਨਹੀਂ ਹੈਗੀ। ਹੁਣ ਇਸ ਦਾ ਇਸ਼ੂ ਹੈ ਕਿ ਤੁਸੀਂ ਗੱਲ ਉਠਾਈ ਕਿ ਜਿਹੜਾ ਕਰਕਸ ਭੇਜਿਆ ਗਿਆ, ਮਤਲਬ ਉਹ ਜਿਹੜੀ ਇਬਾਰਤ ਭੇਜੀ ਗਈ ਹੈ 2 ਜਾਂ 3 ਪੈਰੇ, ਉਹ ਪੂਰਾ ਕਿਉਂ ਨਹੀਂ ਭੇਜਿਆ ਗਿਆ? ਜਿਸ ਤੋਂ ਆਪਾਂ ਰਾਏ ਲੈਣੇ ਆ, ਸਪੋਜ਼ ਕਰੋ ਅਟਾਰਨੀ ਜਨਰਲ ਤੋਂ ਰਾਏ ਲਿੱਤੀ ਹੈ, ਗਵਰਨਰ ਸਾਹਿਬ ਦੀ ਇਹ ਸਟੇਟਮੈਂਟ ਸੀ ਕਿ ਉਹ ਅਟਾਰਨੀ ਜਨਰਲ ਤੋਂ ਰਾਏ ਲੈਣ। ਉਹ ਇੰਡੀਆ ਦਾ ਮਤਲਬ ਅਟਾਰਨੀ ਜਨਰਲ ਹੈ। ਜੇ ਇੰਡੀਆ ਦਾ ਅਟਾਰਨੀ ਜਨਰਲ ਇਹ ਰਾਏ ਦਿੰਦਾ ਹੈ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਇਸ ਤੋਂ ਜ਼ਿਆਦਾ ਅਥੈਂਟਿਕ ਚੀਜ਼ ਕੋਈ ਹੋਰ ਹੋ ਸਕਦੀ ਹੈ। ਤੁਹਾਨੂੰ ਤਾਂ ਬਕਾਇਦਾ ਲੈਟਰ ਪੈਡ ਤੇ ਉਹਦੀ ਜਿਹੜੀ ਰਾਏ ਆਈ ਹੈ ਉਹ ਅਟੈਚ ਕਰਕੇ ਭੇਜਣੀ ਚਾਹੀਦੀ ਸੀ ਉੱਥੇ ਵੀ ਆ ਲੋ ਤੇ ਇਸ ਤੇ ਜਵਾਬ ਦਿਓ। ਮੈਂ ਇਸ ਦੇ ਆਧਾਰ ਤੇ ਤੁਹਾਨੂੰ ਕਹਿ ਰਿਹਾ। ਮੈਂ ਇੰਦਰਪ੍ਰੀਤ ਜੀ ਇਹਦੇ 'ਚ ਇੱਕ ਚੀਜ਼ ਐਡ ਕਰ ਦਿਆਂ, ਜਿਹੜੀ ਚੀਜ਼ ਮੈਂ ਇਹਦੇ ਬਾਰੇ ਦਾਅਵਾ ਨਹੀਂ ਕਰ ਰਿਹਾ, ਪਰ ਸਾਡੇ ਸੂਤਰ, ਸਾਡੇ ਸਰੋਤ ਇਹ ਦੱਸ ਰਹੇ ਨੇ ਕਿ ਜਿਹੜੀ ਚਿੱਠੀ ਦੇ ਨਾਲ ਅਟੈਚਮੈਂਟ ਆ ਉਹ ਪੈਰਿਆਂ 'ਚ ਆ, ਉਹਦੇ 'ਚ ਕਿਸੇ ਦਾ ਨਾਂ ਨਹੀਂ ਲਿਖਿਆ ਗਿਆ। ਜੇ ਕੋਈ ਐਕਸਪਰਟਸ ਦੀ ਰਾਏ ਰਿਟਨ 'ਚ ਗਵਰਨਰ ਸਾਹਿਬ ਨੇ ਲਈ ਆ, ਉਹ ਉਹਨਾਂ ਦੇ ਕੋਲ ਪਈ ਆ, ਜਿਹੜੀ ਉਹਨਾਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ। ਮਤਲਬ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਮੁੱਖ ਮੰਤਰੀ ਗਵਰਨਰ ਸਾਹਿਬ ਨੂੰ ਇਹ ਪੁੱਛਣ, ਉਹ ਕਿਉਂਕਿ ਰਾਈਟ ਬਣਦਾ ਇੱਕ ਦੂਜੇ ਨਾਲ ਉਹਨਾਂ ਦਾ ਸੰਪਰਕ 'ਚ ਰਹਿਣਾ, ਚਿੱਠੀ ਦਾ ਜਵਾਬ ਬਣਦਾ ਹੈ ਕਿ ਕਾਈਂਡਲੀ ਚੰਗਾ ਹੋਵੇ ਜੇ ਤੁਸੀਂ ਸਾਨੂੰ ਦੱਸ ਦਿਓ ਵੀ ਇਹ ਕਿਹੜੇ ਐਕਸਪਰਟ ਨੇ ਰਾਏ ਦਿੱਤੀ ਹੈ, ਤਾਂ ਕਿ ਸਾਨੂੰ ਉਹਦੇ ਨਾਲ ਬੈਠਣ ਦਾ ਮੌਕਾ ਵੀ ਮਿਲ ਜੇ, ਸਾਨੂੰ ਮੌਕਾ ਫਰਾਹਮ ਕਰਾਓ। ਸਾਡੇ ਜਿਹੜੇ ਲੀਗਲ, ਸਾਡੇ ਕਾਨੂੰਨੀ ਮਸ਼ੀਰ ਨੇ ਉਹ ਵੀ ਬੈਠ ਜਾਣ, AG ਸਾਹਿਬ ਨੇ, ਲਾਅ ਸੈਕਟਰੀ ਨੇ। ਹੁਣ ਸਵਾਲ ਇਸ ਗੱਲ ਦਾ ਹੈ ਕਿ ਗਵਰਨਰ ਸਾਹਿਬ ਨੇ ਇਹ ਸਲਾਹ ਕਿਸੇ ਅਫੀਸ਼ੀਅਲ ਦੀ ਲਈ ਹੈ ਜਾਂ ਉਹਨਾਂ ਨੇ ਪ੍ਰਾਈਵੇਟਲੀ ਲਈ ਹੈ, ਔਰ ਜਿਹੜੀ ਖਬਰ ਮੇਰੇ ਤੱਕ ਹੈ ਇਹ ਉਹਨਾਂ ਨੇ ਰਾਏ ਪ੍ਰਾਈਵੇਟ ਕਿਸੇ ਐਕਸਪਰਟ ਤੋਂ ਲਈ ਆ, ਉਹ ਅਫੀਸ਼ੀਅਲ ਨਹੀਂ ਆ। ਜੇ ਇੰਜ ਹੈ ਤਾਂ ਗਵਰਨਰ ਸਾਹਿਬ ਕੋਲੋਂ ਮੁੱਖ ਮੰਤਰੀ ਸਾਹਿਬ ਨੂੰ ਪਹਿਲੀ ਗੱਲ ਤਾਂ ਫਿਰ ਇਹ ਸਵਾਲ ਵੀ ਉੱਠਦਾ ਹੈ ਕਿ ਤੁਸੀਂ ਕਿਸੇ ਪ੍ਰਾਈਵੇਟ ਵਿਅਕਤੀ ਦੀ ਸਲਾਹ ਦੇ ਉੱਤੇ ਤੁਸੀਂ ਕਾਨੂੰਨ ਘਾੜਿਆਂ ਨੂੰ ਕਟਹਿਰੇ 'ਚ ਖੜਾ ਕਰਤਾ। ਗਵਰਨਰ ਸਾਹਿਬ, ਤੁਹਾਡੀ ਪੋਸਟ ਬੜੀ ਵੱਡੀ ਆ, ਤੇ ਦੂਜੀ ਗੱਲ ਕਾਨੂੰਨ ਘਾੜਿਆਂ ਦਾ ਰੁਤਬਾ ਇਸ ਸੰਵਿਧਾਨ 'ਚ ਹੋਰ ਵੱਡਾ ਹੈ। ਸੋ ਤੁਸੀਂ ਵੀ ਕਿਧਰੇ ਇਹ ਆਪਣੀ ਸਟੇਟਸਮੈਨਸ਼ਿਪ ਤੋਂ ਪਿਛਾਂਹ ਹਟ ਰਹੇ ਹੋ, ਜਿਹਦਾ ਤੁਸੀਂ ਅਕਸਰ ਦਾਅਵਾ ਕਰਦੇ ਹੋ। ਸਵਾਲ ਉੱਠੂਗਾ। ਬਿਲਕੁਲ, ਮੈਂ ਇਹੀ ਗੱਲ ਕਰ ਰਿਹਾ ਸੀ ਕਿ ਜਿਹੜੇ ਦੇਖੋ ਅਗਰ ਲੀਗਲ ਰਾਏ ਆਂਦੀ ਹੈ, ਦੇਖੋ ਉਹ ਪੂਰਾ ਬਕਾਇਦਾ ਇੱਕ ਲੈਟਰ ਫਾਰਵਰਡ ਕੀਤਾ ਜਾਂਦਾ ਹੈ ਕਿਸੇ ਵੀ, ਚਾਹੇ ਅਟਾਰਨੀ ਜਨਰਲ ਦਾ ਹੋਵੇ ਜਾਂ ਕਿਸੇ ਨੂੰ ਵੀ, ਜਿਸ ਤੋਂ ਵੀ ਰਾਏ ਲੈਣੀ ਹੈ ਉਹਨੂੰ ਬਕਾਇਦਾ ਲੈਟਰ ਜਾਂਦਾ ਹੈ ਔਰ ਉਸੇ ਰੂਪ 'ਚ ਹੀ ਵਾਪਿਸ ਆਉਂਦਾ ਹੈ। ਉਹ ਵੀ ਏਦਾਂ ਨਹੀਂ ਹੈ ਕਿ ਕੋਈ ਕੱਚੇ ਜੀ ਮਤਲਬ ਪੇਜ ਤੇ ਉਹ ਲਿਖ ਕੇ ਭੇਜ ਦੇਣਗੇ। ਉਹ ਪ੍ਰੋਪਰ ਰਾਏ ਇੱਕ ਪੱਕੇ ਕਾਗਜ਼ ਤੇ ਆਂਦੀ ਹੈ ਅਟੈਚ ਹੋ ਕੇ। ਤਾਂ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਜੇ ਉਹ ਆਈ ਹੈ ਔਰ ਤੁਹਾਨੂੰ ਲੱਗ ਰਿਹਾ ਕਿ ਉਹ ਰਾਏ ਆਈ ਹੈ, ਉਹ ਠੀਕ ਹੈ, ਤਾਂ ਤੁਸੀਂ ਆਪਣਾ ਜਿਹੜਾ ਲੈਟਰ ਫਾਰਵਰਡ ਕਰਨਾ ਹੈ ਚੀਫ ਮਿਨਿਸਟਰ ਨੂੰ, ਤਾਂ ਉਹਦੇ ਨਾਲ ਉਹ ਲਗਾ ਕੇ ਤਾਂ ਇਹ ਦਾਅਵਾ ਕਰਨਾ ਚਾਹੀਦਾ ਕਿ ਇਹ ਜਿਹੜਾ ਸੈਸ਼ਨ ਹੈ ਉਹ ਅਵੈਧ ਹੈ, ਇਲੀਗਲ ਹੈ, ਉਹ ਤਾਂ ਕੀਤਾ ਜਾ ਸਕਦਾ ਹੈ। ਇੱਕ ਕੱਚਾ ਕਾਗਜ਼ ਭੇਜ ਕੇ ਤਾਂ ਮੈਨੂੰ ਲੱਗਦਾ ਕਿ ਇਹ ਨਹੀਂ ਕੀਤਾ ਜਾ ਸਕਦਾ।
ਸੋ ਇਹ ਕੱਲ ਵੀ ਮੈਂ ਵੀ ਪਤਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਇਹਦੇ ਉੱਤੇ ਸਰਕਾਰ ਕੀ ਕਰ ਰਹੀ ਹੈ। ਕੀ ਸਰਕਾਰ ਹੁਣ ਇਹਦਾ ਮੋੜਵਾ ਇਸੇ ਤਰ੍ਹਾਂ ਹੀ ਜਵਾਬ ਦੇਗੀ, ਆਪਣੇ ਜਿਹੜੇ ਲੀਗਲ ਐਕਸਪਰਟ ਹੈ ਉਹਨਾਂ ਦੀ ਰਾਏ ਲਗਾ ਕੇ, ਜਾਂ ਸਰਕਾਰ ਫਿਰ ਜਿਹੜੇ ਆਪਣੇ ਚਾਰੋਂ ਬਿੱਲ ਪਾਸ ਕਰਵਾਏ ਨੇ ਉਹਨਾਂ ਨੂੰ ਮਤਲਬ ਕਾਨੂੰਨ ਬਣਵਾਉਣ ਲਈ ਤੇ ਰਾਜਪਾਲ ਦੀ ਮੋਹਰ ਲਗਵਾਉਣ ਲਈ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਏਗੀ। ਸੋ ਇਹਦੇ ਵਿੱਚ ਇੱਕ ਜਿਹੜੀ ਸਟੇਟਮੈਂਟ ਹੈ, ਛੋਟੀ ਜੀ ਸਟੇਟਮੈਂਟ ਜਿਹੜੀ ਸੀ ਉਹ ਵੀ ਪੂਰੀ ਚੀਫ ਮਿਨਿਸਟਰ ਵੱਲੋਂ ਵੀ ਨਹੀਂ ਦਿੱਤੀ ਗਈ। ਜਦੋਂ ਇਹ ਕੱਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਗਏ ਸੀ ਤਾਂ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਸੀ ਇਸ ਬਾਰੇ ਕਿ ਕੀ ਸਰਕਾਰ ਸੁਪਰੀਮ ਕੋਰਟ ਜਾ ਰਹੀ ਹੈ, ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਿਹੜਾ ਬਜਟ ਸੈਸ਼ਨ ਬੁਲਾਇਆ ਸੀ ਉਹਦੇ ਲਈ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਸੀ ਤੇ ਹਜੇ ਤੁਸੀਂ ਵੇਟ ਕਰੋ, ਇਹ ਚਾਰੋਂ ਬਿੱਲ ਪਾਸ ਹੋਣਗੇ। ਯਾਨੀ ਚੀਫ ਮਿਨਿਸਟਰ ਵੀ ਇਹ ਸਪਸ਼ਟ ਨਹੀਂ ਕਰਕੇ ਗਏ ਕਿ ਕੀ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾ ਰਹੀ ਹੈ ਕਿ ਨਹੀਂ ਖਟਖਟਾ ਰਹੀ। ਔਰ ਦੂਜੀ ਗੱਲ ਇਹ ਰੰਧਾਵਾ ਸਾਹਿਬ ਇਹਦੇ ਵਿੱਚ ਹੈਗੀ ਹੈ, ਇਹ ਵੀ ਸਪਸ਼ਟ ਨਹੀਂ ਕੀਤਾ ਕਿ ਜਿਹੜੇ ਚਾਰੋਂ ਬਿੱਲ ਆ ਉਹ ਪਾਸ ਕਿਵੇਂ ਹੋਣਗੇ। ਮਤਲਬ ਨਾ ਉਹਨਾਂ ਨੇ ਇਹ ਗੱਲ ਕੀਤੀ, ਪਰ ਸਵਾਲ ਸੰਵਿਧਾਨਕ ਤੌਰ ਤੇ ਸਮਝ ਵਾਲੇ ਲੋਕ, ਵੱਡੇ ਵਕੀਲ ਇਹ ਗੱਲ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਦੇ ਵਿੱਚ ਹਰ ਚੀਜ਼ ਨੂੰ ਲੈ ਕੇ ਜਾਣਾ ਉਹਨਾਂ ਆਸਾਨ ਵੀ ਨਹੀਂ ਹੁੰਦਾ। ਆਰਡੀਐਫ ਦਾ ਮਾਮਲਾ ਉਲਝਣ ਵਾਲਾ ਮਾਮਲਾ ਹੈ। ਗਵਰਨਮੈਂਟ ਜਿੱਥੇ ਗਵਰਨਮੈਂਟ ਟੂ ਗਵਰਨਮੈਂਟ ਇਹ ਮਾਮਲੇ ਟੇਕ ਅਪ ਕਰ ਸਕਦੀ ਸੀ, ਇੱਕ ਤੋਂ ਵੱਧ ਵਾਰੀ ਦਬਾਅ ਪਾ ਸਕਦੀ ਸੀ ਕੇਂਦਰ ਤੇ, ਉਹ ਸੁਪਰੀਮ ਕੋਰਟ 'ਚ ਜਾ ਕੇ ਕੇਸ ਫਸਿਆ ਹੋਇਆ। ਔਰ ਜ਼ਰੂਰੀ ਨਹੀਂ ਕਿ ਤੁਹਾਡੇ ਹੱਕ 'ਚ ਫੈਸਲਾ ਆਵੇ ਜਾਂ ਪਾਰਸ਼ਲੀ ਹੱਕ 'ਚ ਆ ਜੇ। ਇਸੇ ਤਰ੍ਹਾਂ ਇਹ ਮਾਮਲਾ ਵੀ ਈਜ਼ੀਲੀ ਸੁਪਰੀਮ ਕੋਰਟ 'ਚੋਂ ਐਡਰੈਸ ਹੋ ਜਾਊਗਾ, ਇਹ ਔਰ ਜਲਦੀ ਹੋ ਜਾਊਗਾ, ਇਹਦੀ ਸੰਭਾਵਨਾ ਵੀ ਘੱਟ ਹੈ ਜੀ। ਬਿਲਕੁਲ ਰੰਧਾਵਾ ਸਾਹਿਬ, ਦੇਖੋ ਇਹ ਜਿਹੜੀ ਸੁਪਰੀਮ ਕੋਰਟ 'ਚ ਜਾਣਾ ਹੈ ਇਹ ਕੋਈ ਇੰਨਾ ਸੁਖਾਲਾ ਨਹੀਂ ਹੁੰਦਾ। ਬਹੁਤ ਡਿਸਕਸ਼ਨਸ ਹੁੰਦੀਆਂ ਨੇ ਇਸ ਦੇ ਉੱਤੇ ਕਿ ਜੇ ਸੁਪਰੀਮ ਕੋਰਟ 'ਚ ਮੰਨ ਲਓ ਇਹ ਥੋੜੀ ਹੈ ਕਿ ਆਪਣੇ ਹੱਕ 'ਚ ਹੀ ਫੈਸਲਾ ਆਊਗਾ। ਇਸੇ ਮਾਮਲੇ 'ਚ ਗੱਲ ਕਰ ਲਈਏ, ਸਪੋਜ਼ ਕਰੋ ਕਿ ਉੱਥੇ ਸੁਪਰੀਮ ਕੋਰਟ ਹੀ ਇਹ ਕਹਿ ਦਿੰਦੀ ਹੈ ਵੀ ਹਾਂ ਨਹੀਂ ਇਹ ਇਲੀਗਲ ਸੀਗਾ ਜਿਹੜਾ ਸੈਸ਼ਨ ਕੀਤਾ, ਫਿਰ ਸਰਕਾਰ ਕੋਲ ਕੀ ਉਹ ਹੈ। ਸੋ ਬੜੇ ਵਾਰੀ ਇਸੇ ਤਰ੍ਹਾਂ ਹੀ ਆਰਡੀਐਫ ਦਾ ਮਾਮਲਾ ਜਿਹੜਾ ਤੁਸੀਂ ਪਹਿਲਾਂ ਉਠਾਇਆ, ਆਪਾਂ ਉੱਥੇ ਵੀ ਸੁਪਰੀਮ ਕੋਰਟ 'ਚ ਗਏ। ਮੈਨੂੰ ਇੱਕ ਚੀਜ਼ ਕਲੀਅਰ ਕਰੋ, ਆਪਾਂ ਉੱਥੇ ਫਸ ਗਏ ਸੀ, ਵਿੱਚ ਰਹਿ ਗਈ। ਜਦੋਂ ਹਾਊਸ ਪ੍ਰੋਰੋਗ ਨਹੀਂ ਹੁੰਦਾ, ਅਜਲਾਸ ਕੋਈ ਬੁਲਾਇਆ ਹੋਇਆ ਉਹਨੂੰ ਪ੍ਰੋਰੋਗ ਨਹੀਂ ਕੀਤਾ ਜਾਂਦਾ, ਕਿ ਉਸ ਤੋਂ ਬਾਅਦ ਦੁਬਾਰਾ ਜਦੋਂ ਉਹ ਬੈਠਦਾ ਹੈ ਤਾਂ ਉਹਨੂੰ ਪਹਿਲਾ ਅਜਲਾਸ ਹੀ ਮੰਨੀਏ ਜਾਂ ਨਵਾਂ ਅਜਲਾਸ ਮੰਨੀਏ? ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਉਹਨੂੰ ਸਾਨੂੰ ਇੱਕ ਪੂਰਨ ਸੈਸ਼ਨ ਦੇ ਰੂਪ ਦੇ ਵਿੱਚ ਜਾਂ ਇੱਕ ਬੈਠਕ ਦੇ ਰੂਪ ਦੇ ਵਿੱਚ ਹੀ ਮੰਨਣਾ ਪਊਗਾ? ਇਹ ਪਹਿਲਾਂ ਥੋੜਾ ਜਿਹਾ ਕਲੀਅਰ ਕਰ ਦਿਓ। ਦੇਖੋ ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਵੀ ਜੇ ਤਾਂ ਸੈਸ਼ਨ ਹੈ, ਨਵਾਂ ਸੈਸ਼ਨ ਬੁਲਾਇਆ ਤਾਂ ਫਿਰ ਤਾਂ ਗਵਰਨਰ ਦੀ ਉਦੋਂ ਹੀ ਬੁਲਾਇਆ ਜਾ ਸਕਦਾ ਜਦੋਂ ਤੁਸੀਂ ਪਹਿਲਾਂ ਪ੍ਰੋਵੋਕ ਕਰ ਦੋ ਤੇ ਫਿਰ ਤੁਸੀਂ ਬੁਲਾ ਸਕਦੇ ਹੋ। ਅਦਰਵਾਈਜ਼ ਇੱਕ ਮਤਲਬ ਇੱਕ ਰੱਖੀ ਹੋਈ ਹੈ, ਜਿਵੇਂ ਮੱਧ ਵਿੱਚ ਕਾਨੂੰਨ ਦੇ ਵਿੱਚ ਇਹ ਰੱਖੀ ਹੋਈ ਹੈ ਇਹਨਾਂ ਨੇ, ਜਿਹੜਾ ਰੂਲਸ ਆਫ ਬਿਜ਼ਨਸ ਹੁੰਦਾ ਉਹਦੇ ਵਿੱਚ ਹੈ ਕਿ ਜੇ ਇਨ ਬਿਟਵੀਨ ਹੀ ਬੁਲਾਣਾ ਪੈ ਜਾਏ, ਮਤਲਬ ਤੁਰੰਤ ਹੀ ਬੁਲਾਣਾ ਪੈ ਜਾਏ, ਜਲਦੀ ਵਿੱਚ ਬੁਲਾਣਾ ਪੈ ਜਾਏ, ਹਫਤਾ 10 ਦਿਨ 15 ਦਿਨ 'ਚ ਕੋਈ ਇਹੋ ਜਿਹੀ ਚੀਜ਼ ਆ ਜਾਏ, ਅਗਰ ਉਹ ਪ੍ਰਵੋਗ ਨਹੀਂ ਕੀਤਾ ਹੋਇਆ ਤਾਂ ਦੁਬਾਰਾ ਵੀ ਸੈਸ਼ਨ ਕਨਵੀਨ ਕੀਤਾ ਜਾ ਸਕਦਾ ਹੈ। ਹੁਣ ਉਹਦੇ ਵਿੱਚ ਇਹ ਮੈਨੂੰ ਵੀ ਇਹਦੇ ਬਾਰੇ ਫਿਰ ਇਹ ਫਰਦਰ ਇੱਕ ਉਸੇ ਹਾਊਸ ਦੀ ਬੈਠਕ ਹੋਈ ਨਾ। ਔਰ ਦੂਜੀ ਗੱਲ ਕਿ ਕੀ ਇਸ ਤਰ੍ਹਾਂ ਦੀ ਕੋਈ ਨਿਯਮਾਵਲੀ ਹੈ ਕਿ ਕਿਸੇ ਹਾਊਸ ਨੂੰ ਕਿੰਨੀ ਦੇਰ ਤੱਕ ਪ੍ਰੋਰੋਗ ਰੱਖਿਆ ਜਾ ਸਕਦਾ? ਦੇਖੋ ਹਾਂ, ਇਹਦਾ ਮਤਲਬ ਨਹੀਂ ਹੈਗਾ ਵੀ ਕਿੰਨੀ ਦੇਰ ਤੱਕ। ਆਮ ਤੌਰ ਤੇ ਇਦਾਂ ਹੁੰਦਾ ਹੈ ਕਿ ਮਹੀਨੇ ਬਾਅਦ ਪ੍ਰਵੋਕ ਕਰ ਦਿੰਦੇ ਆ। ਜੋ ਹਜੇ ਤੱਕ ਅਸੀਂ ਦੇਖਿਆ, ਮੈਨੂੰ ਇੱਥੇ 20 ਸਾਲ ਹੋ ਗਏ ਕਵਰ ਕਰਦੇ ਨੂੰ ਵਿਧਾਨ ਸਭਾ, ਮੈਂ ਹਮੇਸ਼ਾ ਦੇਖਦਾ ਸੀ ਜਦੋਂ ਕੋਈ ਸੈਸ਼ਨ ਖਤਮ ਹੋ ਜਾਂਦਾ ਸੀ, ਅਗਰ ਕੋਈ ਲੱਗਦਾ ਸੀ ਗਵਰਨਮੈਂਟ ਨੂੰ ਵੀ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਨਹੀਂ ਆਉਣ ਵਾਲੀ, ਤਾਂ ਮਹੀਨੇ ਕੁ ਬਾਅਦ ਉਹ ਪ੍ਰਵੋਕ ਕਰ ਦਿੰਦੇ ਆ, ਚਿੱਠੀ ਭੇਜ ਦਿੰਦੇ ਸੀ ਗਵਰਨਰ ਨੂੰ ਕਿ ਅਸੀਂ ਸੈਸ਼ਨ ਉਠਾਤਾ, ਤਾਂ ਅਗਲੇ ਸੈਸ਼ਨ ਲਈ ਗਵਰਨਮੈਂਟ ਜਿਹੜਾ ਹੈਗਾ ਔਰ ਗਵਰਨਰ ਦੀ ਮਨਜ਼ੂਰੀ ਲੈ ਲੈਂਦੀ ਸੀ। ਆਮ ਤੌਰ ਤੇ ਇਹ ਹੁੰਦਾ ਸੀ। ਇਹ ਫਸਟ ਟਾਈਮ ਹੈ ਕਿ ਜਿਹੜਾ ਮਤਲਬ ਪ੍ਰਵੋਕ ਹੀ ਨਹੀਂ ਕਰ ਰਹੇ ਉਹਦੇ ਚ, ਕਿਉਂਕਿ ਬਾਰ-ਬਾਰ ਇਸ ਕਰਕੇ ਨਹੀਂ ਕੀਤਾ ਜਾ ਰਿਹਾ। ਪਹਿਲਾਂ ਇਸ ਕਰਕੇ ਵੀ ਸਵਾਲ ਉੱਠਿਆ ਸੀ ਕਿ ਦਿੱਲੀ 'ਚ ਵੀ ਸ਼ਾਇਦ ਇਦਾਂ ਹੀ ਕਰਦੇ ਆ, ਉਹ ਪ੍ਰਵੋਕ ਹੀ ਨਹੀਂ ਕਰਦੇ, ਖੁੱਲਾ ਹੀ ਛੱਡ ਰੱਖਿਆ। ਸੋ ਇਹ ਸਵਾਲ ਹੈਗੇ ਨੇ ਉੱਤਰ ਦੇਣ ਵਾਲੇ ਕਿ ਕਈ ਵਾਰੀ ਕੀ ਹੁੰਦਾ ਕਿ ਸੈਸ਼ਨ ਨਿਯਮਾਵਲੀ ਤਾਂ ਹੈਗੀ ਹੈ ਪਰ ਉਹਦੀ ਵਿਆਖਿਆ ਨਹੀਂ ਹੈ। ਵਿਆਖਿਆ ਉਦੋਂ ਹੁੰਦੀ ਹੈ ਜਦੋਂ ਇਸ ਕਿਸਮ ਦੀ ਦਿੱਕਤਾਂ ਆ ਜਾਣ। ਸੋ ਹੁਣ ਇਹਦੇ ਵਾਲੇ ਪਹਿਲੀ ਵਾਰ ਇਸ ਕਿਸਮ ਦੀਆਂ ਦਿੱਕਤਾਂ ਆਈਆਂ ਨੇ ਤਾਂ ਮੈਨੂੰ ਲੱਗਦਾ ਕਿ ਇਹਦੀਆਂ ਵਿਆਖਿਆਵਾਂ ਆਉਣਗੀਆਂ, ਚਾਹੇ ਸਰਕਾਰ ਸੁਪਰੀਮ ਕੋਰਟ 'ਚ ਚਲੀ ਜਾਏ ਜਾਂ ਗਵਰਨਰ ਸਾਹਿਬ ਚਲੇ ਜਾਣ, ਜੋ ਵੀ ਜਿਹੜੀ ਵੀ ਧਿਰ ਜਾਏਗੀ ਸੁਪਰੀਮ ਕੋਰਟ, ਉਦੋਂ ਇਹਨਾਂ ਚੀਜ਼ਾਂ ਤੇ ਮੈਨੂੰ ਲੱਗਦਾ ਕਿ ਵਿਆਖਿਆ ਹੋਏਗੀ। ਭਾਸਕਰ ਸਾਹਿਬ ਨੂੰ ਸ਼ਾਮਲ ਕਰ ਲਈਏ, ਲੰਬਾ ਹੋ ਗਿਆ ਕੰਮ। ਮੈਨੂੰ ਇਹ ਲੱਗਦਾ ਅੱਜ ਬੜੀ ਘਾਟ ਮਹਿਸੂਸ ਹੋ ਰਹੀ ਆ ਮਰਹੂਮ ਸਰਦਾਰ ਵੀਰ ਦਵਿੰਦਰ ਸਿੰਘ ਦੀ। ਮੈਂ ਪਹਿਲਾਂ ਵੀ ਕੁਝ ਅਧਿਕਾਰੀਆਂ ਨਾਲ ਜ਼ਿਕਰ ਕਰ ਰਿਹਾ ਸੀ ਇਸ ਤਰ੍ਹਾਂ ਦੇ ਮੌਕੇ ਭਾਸਕਰ ਸਾਹਿਬ ਪਹਿਲਾਂ ਵੀ ਆਉਂਦੇ ਰਹੇ
ਅਕਾਲੀ ਗਵਰਨਮੈਂਟ ਵੇਲੇ, ਬਾਦਲ ਸਾਹਿਬ ਵੇਲੇ, SYL ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਜਦੋਂ ਸਰਕਾਰਾਂ ਕੰਮ ਕਰ ਰਹੀਆਂ ਹੁੰਦੀਆਂ ਸੀ ਤੇ ਉਦੋਂ ਇਹ ਹੁੰਦਾ ਸੀਗਾ ਕਿ ਪਤਾ ਨਹੀਂ ਗਵਰਨਰ ਨੇ ਮਨਜ਼ੂਰੀ ਦੁਬਾਰਾ ਦੇਣੀ ਕਿ ਨਹੀਂ, ਸੋ ਪ੍ਰਰੋਗ ਨਾ ਕਰੋ, ਤੁਸੀਂ ਇਹਨੂੰ ਖੁੱਲਾ ਰੱਖ ਲਓ, ਅਗਲੀ ਬੈਠਕ ਫਿਰ ਕਦੋਂ ਕਰਨੀ ਪੈ ਜੇ। ਇਸ ਕਰਕੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਕਹਿਤੀਆਂ ਜਾਂਦੀਆਂ ਸੀ, ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ, ਰਹਿਣ ਦਿਓ ਜੀ, ਕਰ ਲਾਂਗੇ। ਸੋ ਇਹ ਇੱਕ ਵਾਰੀ ਹੁਣ ਫਿਰ ਇਹ ਸਵਾਲ ਆ ਕਿ ਜੇਕਰ ਤੁਸੀਂ ਪਹਿਲੇ ਹੀ ਸੈਸ਼ਨ ਨੂੰ ਅੱਗੇ ਵਧਾਇਆ, ਅਗਲੀ ਬੈਠਕ 'ਚ ਆਇਓ, ਤਾਂ ਫਿਰ ਕੀ ਤੁਸੀਂ ਉਹ ਜਿਹੜੇ ਕਾਨੂੰਨ ਨਿਯਮ ਨੇ ਉਹਦੇ ਅਨੁਸਾਰ ਕੰਮ ਕੀਤਾ, ਜਿਵੇਂ ਇੰਦਰਪ੍ਰੀਤ ਜੀ ਕਹਿ ਰਹੇ ਨੇ ਕਿ ਤੁਸੀਂ ਫਿਰ ਪ੍ਰਸ਼ਨਾਰ ਜਾਂ ਬਾਕੀ ਹੋਰ, ਸੋ ਸਾਰੀਆਂ ਚੀਜ਼ਾਂ ਅਗਲੇ ਦਿਨਾਂ 'ਚ ਕਾਫੀ ਇਹ ਖੁੱਲਾ ਮੰਚ ਸਜੂਗਾ। ਜੇ ਅਜੇ ਵੀ ਸਿਆਣਪ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਸਪੀਕਰ ਦੇ ਨਾਲ ਇਕੱਠੇ ਤੌਰ ਤੇ ਗਵਰਨਰ ਤੋਂ ਸਮਾਂ ਮੰਗ ਕੇ ਇੱਕ ਟੇਬਲ ਤੇ ਮਸਲੇ ਨੂੰ ਹੱਲ ਕਰਨ, ਜਾਂ ਫਿਰ ਉਹ ਗਵਰਨਰ ਸਾਹਿਬ ਨੂੰ ਇਹ ਚਿੱਠੀ ਭੇਜ ਕੇ ਜ਼ਰੂਰ ਪੁੱਛਣ ਕਿ ਸਾਨੂੰ ਕਾਈਂਡਲੀ ਐਕਸਪਰਟਸ ਦੀ ਰਾਏ ਦੱਸ ਦਿਓ ਵੀ ਕਿਹੜੇ ਐਕਸਪਰਟਸ ਨੇ ਜਿਹੜੇ ਸਾਨੂੰ ਗੈਰ ਕਾਨੂੰਨੀ ਕਹਿ ਰਹੇ ਆ, ਘੱਟੋ ਘੱਟ ਅਸੀਂ ਉਹਨਾਂ ਨਾਲ ਬੈਠ ਕੇ ਸਮਝ ਤਾਂ ਸਕੀਏ ਵੀ ਗੈਰ ਕਾਨੂੰਨੀ ਕਿੱਦਾਂ ਹੈ। ਘੱਟੋ ਘੱਟ ਬਹਿਸ ਤੇ ਚੱਲਣੀ ਚਾਹੀਦੀ ਹੈ, ਬਜਾਏ ਇਹਦੇ ਕਿ ਮਹਿੰਗੇ ਵਕੀਲ ਕਰਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਦੂਜੇ ਨੂੰ ਘੂਰੀ ਜਾਣਾ ਹੈ। ਇਹ ਜਿਹੜੀ ਗਵਰਨਰ ਸਾਹਿਬ ਦੀ ਤੇ ਮੁੱਖ ਮੰਤਰੀ ਦੀ ਇਹ ਚਿੱਠੀ ਵਾਲੀ ਲੜਾਈ ਇੱਕ ਸੱਸ ਨੂੰ ਤੋਂ ਲੜਾਈ ਤੋਂ ਜ਼ਿਆਦਾ ਨਹੀਂ ਹੈਗੀ। ਹੁਣ ਮੰਨ ਲਓ ਕਿ ਉਹ ਸੈਸ਼ਨ ਇਲੀਗਲ ਸੀਗਾ, ਇਹ ਵੀ ਮੰਨ ਲਓ ਕਿ ਇਲੀਗਲ ਸੀਗਾ, ਇਸ ਮੁੱਦੇ ਨੂੰ ਉਠਾਉਣ ਦੀ ਕੋਈ ਲੋੜ ਹੈਗੀ ਹੈ? ਮੁੱਖ ਮੰਤਰੀ ਉਹ ਇਲੈਕਟਿਡ ਹੈਗੇ ਨੇ, ਉਹਨਾਂ ਨੇ ਸੈਸ਼ਨ ਬੁਲਾਇਆ, ਉਹਦੇ ਵਿੱਚ ਕੋਈ ਪ੍ਰੋਸੀਜਰਲ ਲੈਪਸ ਹੋ ਸਕਦੀ ਹੈ, ਪਰ ਉਹ 4 ਜਿਹੜੇ ਬਿੱਲ ਪਾਸ ਕੀਤੇ ਨੇ ਉਹਦਾ ਜ਼ਿਕਰ ਨਹੀਂ ਕਰ ਰਹੇ। ਜ਼ਿਕਰ ਹੋ ਰਿਹਾ ਹੈ ਕਿ ਇਲੀਗਲ ਸੀ, ਲੀਗਲ ਸੀ। ਹੁਣ ਮੁੱਖ ਮੰਤਰੀ ਕਿੱਥੇ ਫਸੇ ਹੋਏ ਨੇ? ਕੱਲ ਉਹਨਾਂ ਨੇ ਇਹ ਗੱਲ ਕਹੀ ਕਿ ਥੋੜਾ ਇੰਤਜ਼ਾਰ ਕਰੋ, 4 ਬਿੱਲ ਪਾਸ ਹੋਣਗੇ। ਜਦ ਉਹ ਇਹ ਗੱਲ ਕਹਿੰਦੇ ਨੇ ਤੇ ਉਹਦਾ ਪ੍ਰੋਸੀਜਰ ਵੀ ਨਹੀਂ ਦੱਸਦੇ। ਜੇ ਉਹ ਸੈਸ਼ਨ ਇਲੀਗਲ ਸੀਗਾ ਜਾਂ ਜਿਹੜੀ ਉਹ ਮੀਟਿੰਗ ਇਲੀਗਲ ਸੀਗੀ ਤੇ ਫਿਰ ਉਹਨਾਂ 4 ਬਿੱਲਾਂ ਨੂੰ ਦੁਬਾਰਾ ਪਾਸ ਕਰਨਗੇ ਕਿ ਸੁਪਰੀਮ ਕੋਰਟ ਜਾਣਗੇ? ਅੱਗੇ ਚੱਲ ਕੇ ਕੀ ਕਰਨਗੇ? ਹੁਣ ਸੁਪਰੀਮ ਕੋਰਟ ਹੀ ਜਾਂਦੀ ਹੈ। ਸਪੋਜ਼ ਇਹ ਮੰਨ ਕੇ ਚੱਲੀਏ ਕਿ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਵਿਧਾਨ ਸਭਾ ਦੇ ਇਸ ਸੈਸ਼ਨ ਨੂੰ ਲੈ ਕੇ ਲੀਗਲ ਸੀਗਾ ਜਾਂ ਇਲੀਗਲ ਸੀਗਾ, ਉਹਦੇ ਉੱਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਂਦੀ ਹੈ। ਸੁਪਰੀਮ ਕੋਰਟ ਤੋਂ ਕੀ ਹੁਕਮ ਆਉਂਦਾ? ਜੇ ਇਹ ਕਹਿੰਦੇ ਨੇ ਕਿ ਹਾਂ ਇਹ ਸੈਸ਼ਨ ਬਿਲਕੁਲ ਵੈਲਿਡ ਸੀਗਾ ਤੇ ਗਵਰਨਰ ਸਾਹਿਬ ਨੇ ਜਿਹੜੀ ਲੀਗਲ ਰਾਏ ਲਿੱਤੀ ਹੈ ਉਹਦੇ ਉੱਤੇ ਉਹ ਫੇਲ ਨਜ਼ਰ ਆਉਂਦੇ ਨੇ, ਇਹ ਲੜਾਈ ਅੱਗੇ ਵਧੇਗੀ। ਔਰ ਜੇ ਗਵਰਨਰ ਸਾਹਿਬ ਦੇ ਹੱਕ 'ਚ ਕੋਈ ਫੈਸਲਾ ਆ ਜਾਂਦਾ ਹੈ ਕਿ ਨਹੀਂ ਬਿਲਕੁਲ ਠੀਕ ਕਹਿ ਰਹੇ ਨੇ, ਉਹ ਸੈਸ਼ਨ ਇਲੀਗਲ ਸੀਗਾ, ਤਦ ਵੀ ਸਰਕਾਰ ਕਿੱਥੇ ਜਿੱਤਦੀ ਨਜ਼ਰ ਆਉਂਦੀ ਹੈ। ਬਿਲਕੁਲ ਠੀਕ ਹੈ। ਭਾਸਕਰ ਸਾਹਿਬ, ਅਗਲਾ ਮੁੱਦਾ ਵੀ ਐਡਰੈਸ ਕਰ ਦਿਓ। ਦਿੱਲੀ ਦੇ ਵਿੱਚ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿ ਸੱਤਾ ਦਾ ਤਵਾਜ਼ਨ ਜਿਹੜਾ ਉਹ ਕੇਜਰੀਵਾਲ ਸਰਕਾਰ ਕੋਲ ਰਹੇਗਾ, ਉਸ ਤੋਂ ਬਾਅਦ ਆਰਡੀਨੈਂਸ ਜਿਹੜਾ ਆਇਆ, ਜਿਹੜਾ LG ਨੂੰ ਫੇਰ ਸਟਰੈਂਥਨ ਕਰਦਾ ਹੈ, ਅਫਸਰਸ਼ਾਹੀ ਦੇ ਹੱਥ 'ਚ ਤਾਕਤਾਂ ਦਿੰਦਾ ਹੈ। ਸਵਾਲ ਅੱਜ ਹੁਣ ਇਸ ਗੱਲ ਤੇ ਫਸਿਆ ਹੈ ਕਿ ਸੁਪਰੀਮ ਕੋਰਟ 'ਚ ਸੁਣਵਾਈ ਦੇ ਦਰਮਿਆਨ ਲੋਕ ਸਭਾ ਦੇ ਵਿੱਚ ਉਸ ਆਰਡੀਨੈਂਸ ਨੇ ਆਉਣਾ ਹੈ ਕਾਨੂੰਨ ਬਣਨ ਲਈ। ਇੱਕ ਵਾਰੀ ਫਿਰ ਕੈਬਨਿਟ ਦੇ ਵਿੱਚ ਪਾਰਲੀਮੈਂਟ ਵੱਲ ਨੂੰ ਅੱਗੇ ਵਧਾਉਣ ਲਈ ਉਸ ਆਰਡੀਨੈਂਸ ਨੇ ਆਪਣੀ ਕਾਨੂੰਨੀ ਜਿੰਨੀ ਵੀ ਉਹਦੀ ਫਾਰਮੈਲਿਟੀਜ਼ ਨੇ ਉਹ ਲੈ ਲਈਆਂ ਨੇ। ਮੈਨੂੰ ਇਹਦੇ ਨਾਲ ਸਾਂਝ ਜ਼ਰੂਰ ਪਵਾ ਦਿਓ ਕਿ ਇੱਕ ਪਾਸੇ ਜਿੱਥੇ ਸੰਜੇ ਸਿੰਘ ਬਾਹਰ ਬੈਠੇ ਆ ਕਿ ਮੈਨੂੰ ਮੁਅੱਤਲ ਕਿਉਂ ਕੀਤਾ ਗਿਆ ਔਰ ਉਹਨਾਂ ਨਾਲ ਸਾਰੀ ਵਿਰੋਧੀ ਧਿਰ ਬੈਠੀ ਹੈ, ਤੇ ਇੱਕ ਬੰਨੇ ਜਿਹੜਾ ਵਾ ਉਹ ਇਸ ਸਰਕਾਰ ਦੇ ਖਿਲਾਫ ਮਤਾ ਲਿਆਉਣ ਦੀ ਗੱਲ ਹੋ ਰਹੀ ਹੈ, ਬੇਭਰੋਸਗੀ ਦਾ ਮਤਾ। ਮੈਨੂੰ ਇਹਦੀਆਂ ਟੈਕਨੀਕੈਲਿਟੀਜ਼ ਦੱਸੋ ਪਹਿਲਾਂ ਤਾਂ। ਮਈ 11 ਨੂੰ ਸੁਪਰੀਮ ਕੋਰਟ ਦਾ ਆਰਡਰ, ਮਈ 19 ਨੂੰ ਇਹ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਉਂਦੀ ਹੈ। ਉਹਦੇ ਖਿਲਾਫ ਕੇਜਰੀਵਾਲ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਂਦੀ ਹੈ। ਉਹ ਕਨਸਟੀਟਿਊਸ਼ਨ ਬੈਂਚ ਦੇ ਵਿੱਚ ਉਸ ਕੇਸ ਨੂੰ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇਹ ਆਰਡੀਨੈਂਸ ਇਸ ਸੈਸ਼ਨ ਦੇ ਵਿੱਚ ਆਉਣਾ ਸੀਗਾ, ਇਹ ਗੱਲ ਪਹਿਲੇ ਕਲੀਅਰ ਹੋ ਚੁੱਕੀ। ਕੱਲ ਜਦ ਯੂਨੀਅਨ ਕੈਬਨਿਟ ਨੇ ਉਹ ਮਨਜ਼ੂਰੀ ਦਿੱਤੀ ਹੈ ਕਿ ਇਸ ਆਰਡੀਨੈਂਸ ਨੂੰ ਬਿੱਲ ਦੇ ਰੂਪ ਵਿੱਚ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾ ਸਕਦਾ। ਅੱਜ ਹੋਏਗਾ, ਕੱਲ ਹੋਏਗਾ, ਇਹ ਪਤਾ ਨਹੀਂ, ਪਰ ਹਾਂ ਪੇਸ਼ ਜ਼ਰੂਰ ਹੋਏਗਾ। ਔਰ ਇਸ ਮੁੱਦੇ ਦੇ ਉੱਤੇ ਕੇਜਰੀਵਾਲ ਉਹਨਾਂ ਨੇ ਪਹਿਲੇ ਹੀ ਆਪਣੀ ਰਣਨੀਤੀ ਤਿਆਰ ਕੀਤੀ ਹੋਈ ਹੈ। ਲੋਕ ਸਭਾ ਦੇ ਵਿੱਚ ਤੇ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਸਿਰਫ ਇੱਕੋ ਹੀ ਲੋਕ ਸਭਾ ਮੈਂਬਰ ਹੈਗਾ, ਪਰ ਰਾਜ ਸਭਾ ਦੇ ਵਿੱਚ ਇਸ ਬਿੱਲ ਦੇ ਉੱਤੇ ਵੱਖ-ਵੱਖ ਦਲਾਂ ਤੋਂ ਸਪੋਰਟ ਲੈ ਕੇ ਕੇਜਰੀਵਾਲ ਉਹਨਾਂ ਨੇ ਵੀ ਆਪਣੀ ਰਣਨੀਤੀ ਬਣਾਈ ਹੋਈ ਹੈ। ਹੁਣ ਫਾਈਨਲ ਦੌਰ ਹੈ, ਸੀਟੀ ਵੱਜ ਗਈ ਹੈ। ਆ ਜਿਹੜਾ ਹੁਣ ਆਰਡੀਨੈਂਸ ਦਾ ਬਿੱਲ ਲੋਕ ਸਭਾ ਦੇ ਵਿੱਚ ਕਦੀ ਵੀ ਪੇਸ਼ ਕੀਤਾ ਜਾ ਸਕਦਾ ਹੈ, ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ। ਲੋਕ ਸਭਾ ਦੇ ਵਿੱਚ ਵਿਰੋਧੀ ਦਲਾਂ ਜਿਹੜੇ ਇੰਡੀਆ ਬੈਨਰ ਥੱਲੇ ਇਕੱਠੀ ਹੋਈ 26 ਪਾਰਟੀਆਂ ਨੇ ਨੋ ਕੌਨਫੀਡੈਂਸ ਮੋਸ਼ਨ ਲਿਆਉਣ ਦੀ ਤਿਆਰੀ ਕੀਤੀ ਹੈ। ਹੋ ਸਕਦਾ ਹੈ ਅੱਜ ਜਾਂ ਕੱਲ ਉਹ ਨੋਟਿਸ ਦੇ ਦਿੱਤਾ ਜਾਏ। ਉਹਦੇ ਵਾਸਤੇ ਕਾਂਗਰਸ ਨੇ ਆਪਣੇ 55, 54, 54 ਜਿੰਨੇ ਵੀ MP ਹੈਗੇ ਨੇ ਉਹਨਾਂ ਨੂੰ ਵਿਪ ਜਾਰੀ ਕਰਤਾ ਹੈ, ਔਰ 50 MPs ਦੇ ਸਾਈਨ ਲੀਗਲੀ ਚਾਹੀਦੇ ਹੁੰਦੇ ਆ ਕਿ ਜੋ ਉਸ ਨੋ ਕੌਨਫੀਡੈਂਸ ਮੋਸ਼ਨ ਨੂੰ ਬੁਲਾਉਣ ਵਾਸਤੇ ਕਾਫੀ ਹੁੰਦੇ ਨੇ। ਇਹਦੇ ਉੱਤੇ ਲੋਕ ਸਭਾ ਸਪੀਕਰ ਦਾ ਕੀ ਰਵੱਈਆ ਹੁੰਦਾ ਹੈ,
ਸਟ੍ਰੈਟਜੀ ਆਪੋਜੀਸ਼ਨ ਪਾਰਟੀ ਦੀ ਇਹ ਵੇ ਕਿ ਮਨੀਪੁਰ ਦੇ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਬੋਲਣ ਵਾਸਤੇ ਮਜਬੂਰ ਕਰ ਦਿਓ ਸੰਸਦ ਦੇ ਵਿੱਚ। ਇਹ ਇੱਕ ਵੱਡੇ ਤੌਰ ਤੇ ਸਟ੍ਰੈਟਜੀ ਸਾਹਮਣੇ ਆਈ ਹੈ ਕਿ ਨੋ ਕੌਨਫੀਡੈਂਸ ਮੋਸ਼ਨ ਭਾਵੇਂ 332 MP ਉਹ ਐਨਡੀਏ ਦੇ ਪੱਖ ਵਿੱਚ ਲੋਕ ਸਭਾ ਦੇ ਵਿੱਚ ਹੈਗੇ ਨੇ, ਪਤਾ ਤੇ ਹੈ ਕਿ ਉਹ ਨੋ ਕੌਨਫੀਡੈਂਸ ਮੋਸ਼ਨ ਫੇਲ ਹੋ ਜਾਣਾ, ਪਰ ਸਟ੍ਰੈਟਜੀ ਦੂਜੇ ਪਾਸੇ ਬਣਾਈ ਹੈ ਕਿ ਮਣੀਪੁਰ ਦੇ ਮੁੱਦੇ ਦੇ ਉੱਤੇ ਜੇ ਇਸ ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਗੱਲਬਾਤ ਹੁੰਦੀ ਹੈ ਔਰ ਪ੍ਰਧਾਨ ਮੰਤਰੀ ਕੁਝ ਕਹਿੰਦੇ ਨੇ ਤੇ ਉਹ ਸਟ੍ਰੈਟਜੀ ਜਿਹੜੀ ਹਜੇ ਤੱਕ ਮੌਨਸੂਨ ਸੈਸ਼ਨ ਦੇ ਦੌਰਾਨ ਫੇਲ ਰਹੀ ਹੈ ਆਪੋਜੀਸ਼ਨ ਪਾਰਟੀ ਦੀ, ਉਸ ਸਟ੍ਰੈਟਜੀ ਨੂੰ ਇਨਡਾਇਰੈਕਟਲੀ ਪ੍ਰਧਾਨ ਮੰਤਰੀ ਨੂੰ ਜਵਾਬ ਦੇ ਜਾਂ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕਰਨ ਵਾਸਤੇ ਜਾਂ ਉਹਨਾਂ ਨੂੰ ਜਵਾਬ ਦੇ ਕਰਨ ਵਾਸਤੇ ਇਹ ਸਾਰੀ ਸਟ੍ਰੈਟਜੀ ਬਣਾਈ ਗਈ ਜੀ। ਇੰਦਰਪ੍ਰੀਤ ਜੀ, ਆਪਾਂ ਥੋੜਾ ਜਿਹਾ ਅੱਗੇ ਚੱਲ ਜਾਈਏ, ਹੁਣ ਸਮੇਂ ਦੀ ਕਿੱਲਤ ਹੈ। ਮਾਮਲਾ ਦਲੀਪ ਕੁਮਾਰ ਪ੍ਰਿੰਸੀਪਲ ਸੈਕਟਰੀ NRI ਅਫੇਅਰਸ, ਉਹਨਾਂ ਦਾ ਜਿਹੜਾ ਇੰਡਸਟਰੀ ਦੇ ਪ੍ਰਿੰਸੀਪਲ ਸੈਕਟਰੀ ਹੁੰਦੇ ਆ ਉਹਨਾਂ ਨਾਲ ਵਾਪਰਿਆ ਇਨਸੀਡੈਂਟ। ਗੁਰਪ੍ਰੀਤ ਸਿੰਘ ਗੋਗੀ ਲੁਧਿਆਣੇ ਤੋਂ MLA ਨੇ, ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਮੇਰੇ ਨਾਲ ਮਿਸਬਿਹੇਵ ਕੀਤਾ ਗਿਆ ਔਰ ਉਹ ਸਪੀਕਰ ਤੋਂ ਪ੍ਰਿਵਿਲੇਜ ਕਮੇਟੀ ਵੱਲ ਫਾਰਵਰਡ ਹੋਈ ਕੰਪਲੇਂਟ, ਸ਼ਿਕਾਇਤ, ਉਹਦੇ ਤੇ ਸੰਮਨ ਹੋਏ ਸੀ ਦਲੀਪ ਕੁਮਾਰ ਔਰ ਉਹ ਪੇਸ਼ ਹੋਏ। ਉੱਥੇ ਕੀ ਹੋਇਆ, ਜੇ ਉਹਦੇ ਨਾਲ ਸਾਂਝ ਪਵਾ ਦਿਓ ਤਾਂ ਮੈਨੂੰ ਲੱਗਦਾ ਬਿਹਤਰ ਰਹੇਗਾ। ਰੰਧਾਵਾ ਸਾਹਿਬ, ਗੋਗੀ MLA ਦੇ ਜਿਹੜੇ ਸ਼ਿਕਾਇਤ ਹੈਗੀ ਹੈ ਜਿਹੜੀ ਸਪੀਕਰ ਸਾਹਿਬ ਨੂੰ ਦਿੱਤੀ ਸੀ, ਉਹਨਾਂ ਨੇ ਦਲੀਪ ਕੁਮਾਰ ਪ੍ਰਿੰਸੀਪਲ ਸੈਕਟਰੀ ਜਿਹੜੇ ਸੀਗੇ ਉਹਨਾਂ ਦੇ ਖਿਲਾਫ ਦਿੱਤੀ ਹੋਈ ਸ਼ਿਕਾਇਤ ਦੇ ਉੱਤੇ ਕੱਲ ਪ੍ਰਿਵਿਲੇਜ ਕਮੇਟੀ ਨੇ ਇਹ ਮਾਮਲਾ ਟੇਕ ਅਪ ਕੀਤਾ ਹੈਗਾ। ਕੱਲ ਉਹਨਾਂ ਨੂੰ ਬੁਲਾਇਆ ਗਿਆ ਸੀ ਉੱਥੇ ਤੇ ਮੈਨੂੰ ਪਤਾ ਲੱਗਿਆ ਹੈ ਸੋਰਸਸ ਤੋਂ ਕਿ ਕਾਫੀ ਟਾਈਮ ਤਾਂ ਉਹਨਾਂ ਨੂੰ ਮਿਲਣ ਹੀ ਬਾਹਰ ਹੀ ਬਿਠਾ ਕੇ ਰੱਖਿਆ ਤੇ ਉਹ ਬਹੁਤ ਕਹਿੰਦੇ ਰਹੇ ਕਿ ਮੈਨੂੰ ਬੁਲਾ ਲਓ, ਮੇਰੀ ਫਲਾਈਟ ਮਿਸ ਹੋ ਜਾਣੀ ਹੈ ਤੇ ਉਹਨਾਂ ਨੇ ਕਿਤੇ ਜਾਣਾ ਹੋਣਾ। ਸੋ ਇਹ ਤਾਂ ਚਲੋ ਇੱਕ ਤਰ੍ਹਾਂ ਦਾ ਉਹਨਾਂ ਨੂੰ ਥੋੜੀ ਜੀ ਕੀ ਹੈ, ਜਲਾਲਤ ਵਾਲੀ ਗੱਲ ਹੀ ਹੈ ਵੀ ਜਦੋਂ ਤੁਸੀਂ ਕਿਸੇ ਅਫਸਰ ਨੂੰ ਸਜ਼ਾ ਉਹਨੂੰ ਬਾਹਰ ਬਿਠਾ ਕੇ ਰੱਖਦੇ ਹੋ ਤਾਂ। ਪਰ ਜਦੋਂ ਮੀਟਿੰਗ ਹੋਈ ਸੀ ਤੇ ਮੀਟਿੰਗ ਦੇ ਵਿੱਚ ਇਹ ਆਇਆ ਸੀ ਤਾਂ ਦੋਨਾਂ ਨੇ ਫਿਰ ਆਪਣੇ ਉਹੀ ਬਿਆਨ ਦਿੱਤੇ ਜਿਸ ਨੂੰ ਆਪਾਂ ਪਰਸੋਂ ਵੀ ਡਿਸਕਸ ਕੀਤਾ ਸੀਗਾ। ਉਹਨਾਂ ਨੇ ਕਿਹਾ ਕਿ ਮੇਰੀ ਹੱਦ ਤੱਕ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਕਿਹਾ, ਹਾਂ ਮੈਨੂੰ ਪੰਜਾਬੀ ਘੱਟ ਆਉਂਦੀ ਹੈ, ਹੋ ਸਕਦਾ ਮੈਂ ਅੰਗਰੇਜ਼ੀ 'ਚ ਜਾਂ ਹਿੰਦੀ 'ਚ ਕੁਝ ਬੋਲਿਆ ਹੋਵਾਂ ਤਾਂ MLA ਸਾਹਿਬ ਨਹੀਂ ਸਮਝ ਪਾਏ ਮੇਰਾ ਉਸ ਸੰਦਰਭ ਨੂੰ ਜਿਸ ਸੰਦਰਭ 'ਚ ਮੈਂ ਕਿਹਾ ਸੀਗਾ। ਤੇ ਫਿਰ ਕਮੇਟੀ ਨੇ ਅਲਟੀਮੇਟਲੀ ਇਹ ਕਿਹਾ ਵੀ ਚਲੋ ਠੀਕ ਹੈ, ਤੁਸੀਂ MLA ਸਾਹਿਬ ਨਾਲ ਦੁਬਾਰਾ ਮਿਲ ਕੇ ਉਹਨਾਂ ਨੂੰ ਸ਼ਾਂਤ ਕਰੋ, MLA ਜੋ ਵੀ ਹੈਗੀ ਹੈ। ਪਰ ਇਹ ਹੈ ਨਾਲ ਹੀ ਇਹ ਵੀ ਕਿਹਾ ਵੀ ਜੇ MLA ਸਾਹਿਬ ਦੀ ਸ਼ਿਕਾਇਤ ਦੂਰ ਨਹੀਂ ਹੋਈ ਤਾਂ ਅਸੀਂ ਫਿਰ ਇਹ ਅਗਲੀ ਮੀਟਿੰਗ 'ਚ ਮਾਮਲਾ ਟੇਕ ਅਪ ਕਰਾਂਗੇ ਤੇ ਗਵਾਹਾਂ ਨੂੰ ਫਿਰ ਅਗਲੀ ਮੀਟਿੰਗ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਗਵਾਹ ਵਗੈਰਾ ਆਉਂਦੇ ਆ ਤਾਂ ਸਾਰਾ ਹੋਏਗਾ। ਤਾਂ ਉਹਦੇ ਨਾਲ ਮੈਨੂੰ ਲੱਗਦਾ ਕਿ ਕਿਸੇ ਵੀ ਅਫਸਰ ਦੀ ਮੁਸ਼ਕਿਲਾਂ ਵੱਧ ਜਾਂਦੀਆਂ ਹੁੰਦੀਆਂ ਨੇ। ਪ੍ਰਿਵਿਲੇਜ ਕਮੇਟੀ ਕੋਲ ਇੱਕ ਬਹੁਤ ਵੱਡੇ ਰਾਈਟਸ ਹੁੰਦੇ ਆ ਤੇ ਕੋਈ ਵੀ ਜਿਹੜਾ ਸਿਆਣਾ ਅਫਸਰ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਇੰਨੀ ਵੱਡੀ ਟਸਲ ਦੇ ਵਿੱਚ ਪੈਂਦਾ ਹੈ। ਮੇਬੀ ਜੇ ਕੋਈ ਪਰ ਇਹ ਪੈ ਜੇ ਤਾਂ ਫਿਰ ਜਿਹੜਾ ਹੈਗਾ ਉਹ ਨੁਕਸਾਨ ਵੀ ਉਹਦਾ ਹੋ ਸਕਦਾ ਕਾਫੀ ਜ਼ਿਆਦਾ। ਕੋਈ ਨਾ ਕੋਈ ਵਿੱਚ ਮਿਡਲਮੈਨ ਪੈ ਜਾਂਦਾ ਹੁੰਦਾ, ਗੱਲ ਮੁੱਕਾ ਹੋ ਜਾਂਦੀ ਹੈ, ਸਾਂਝੇ ਮਿੱਤਰ ਨਿਕਲ ਆਉਂਦੇ ਆ। ਉਸ ਲੈਵਲ ਤੇ ਆ ਚੁੱਕੀ ਹੈ ਗੱਲ ਹੁਣ। ਸਵਾਲ ਇਸ ਤੋਂ ਵੀ ਜ਼ਿਆਦਾ ਅਹਿਮ ਇਹ ਆ ਕਿ ਕਿਸੇ ਅਫਸਰ ਨੂੰ ਸਭ ਤੋਂ ਵੱਡੀ ਇਹੀ ਸਜ਼ਾ ਹੁੰਦੀ ਹੈ ਕਿ ਜਿਹਦੇ ਬਾਹਰ ਬੈਠਣ ਵਾਲਿਆਂ ਦੀ ਲਾਈਨ ਏਡੀ ਲੰਬੀ ਹੁੰਦੀ, ਆਪਣੇ ਬਾਹਰ ਬੈਠਣ ਵਾਲਿਆਂ ਦੀ ਜਦੋਂ ਉਹ ਅਹਿਮ ਅਹੁਦਿਆਂ ਤੇ ਹੁੰਦੇ ਆ, ਉਹ ਕਿਸੇ ਦੇ ਬਾਹਰ ਜਾ ਕੇ ਬੈਠੇ ਹੋਣ। ਮੈਨੂੰ ਉਹ ਦੌਰ ਯਾਦ ਆਉਂਦਾ ਜਦੋਂ ਮਰਹੂਮ ਸਰਦਾਰ ਨਿਰਮਲ ਸਿੰਘ ਕਾਹਲੋਂ ਸਪੀਕਰ ਸੀਗੇ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਕਾਲੀ ਲੀਡਰਾਂ ਦੀ ਆਪਸੀ ਟਸਲ ਹੁੰਦੀ ਸੀ ਵੀ SSP ਮੇਰਾ ਲੱਗੇ ਕਿ DC ਮੇਰਾ ਲੱਗੇ, ਤੇ ਉਹ ਇੱਕ SSP ਦੂਜੇ ਗਰੁੱਪ ਨੇ ਲਵਾਇਆ ਹੋਇਆ ਸੀ। ਉਹ ਇਹਨਾਂ ਦੀ ਕਈ ਵਾਰੀ ਉਹਨੇ ਫੋਨ ਕਾਲ ਅਟੈਂਡ ਨਹੀਂ ਕੀਤੀ ਜਾਂ ਕਿਹਾ ਹੋਇਆ ਕੰਮ ਨਹੀਂ ਕੀਤਾ ਤੇ ਸਪੀਕਰ ਸਾਹਿਬ ਨੇ ਕਰ ਲਿਆ ਤਲਬ। ਆਇਆ ਗੁੱਸਾ, ਗੁਰਦਾਸਪੁਰ ਉਹਨਾਂ ਨੇ ਜਾਣਾ, ਸ਼ਾਮ ਤੱਕ ਬਿਠਾ ਕੇ ਕੱਲ ਆਇਓ। ਉਹ ਬੜੇ ਚੱਕਰ ਫਸੇ, ਫਿਰ ਮੁੜ ਕੇ ਜਾ ਕੇ ਈਨ ਤੇ ਭਾਣਾ ਮੰਨਣਾ ਪੈਂਦਾ ਹੁੰਦਾ। ਸਿਆਸਤਦਾਨ ਜਦੋਂ ਫਿਰ ਅੜ ਜੇ ਨਾ ਜੀ, ਅੜ ਹੀ ਜਾਂਦਾ ਹੈ। ਤੇ ਪਰ ਖੈਰ ਇਹ ਤਾਂ ਪਨੋਰੀ ਸਾਹਿਬ ਸਿਆਣੇ ਬੰਦੇ ਨੇ, ਸਪੀਕਰ ਸਾਹਿਬ ਵੀ ਥੋੜੇ ਰਹਿਮ ਦਿਲਾ, ਮੈਨੂੰ ਲੱਗਦਾ ਦਲੀਪ ਕੁਮਾਰ ਸੌਖੇ ਛੁੱਟ ਜਾਣਗੇ। ਪਰ ਇੰਦਰਪ੍ਰੀਤ ਜੀ, ਦਿਨੇਸ਼ ਚੱਢਾ ਰੋਪੜ ਵਾਲੇ MLA ਉਹ ਵੀ ਫਸੇ ਬੈਠੇ ਆ, ਗੱਲ ਐਡੀ ਸੌਖੀ ਨਹੀਂ ਛੱਡਣੀ। ਤੇ ਉਧਰ ਤਹਿਸੀਲਦਾਰ ਫਸੇ ਬੈਠੇ ਆ, ਪਰ ਇਹ ਵੀ ਗੱਲ ਮੈਂ ਨਾ ਮਾਨੂ ਵਾਲੀ ਫਸੀ ਆ। ਤਹਿਸੀਲਦਾਰ ਮੈਨੂੰ ਲੱਗਦਾ ਇਹ ਕਿਤੇ ਲੰਬੀ ਲੜਾਈ ਨਾ ਵੱਜੇ, ਪਰ ਸਰਕਾਰਾਂ ਮਨਾ ਲੈਂਦੀਆਂ ਹੁੰਦੀਆਂ। ਇੱਥੇ ਕੀ ਸਥਿਤੀ ਹੈ? ਕੱਲ ਇਹ ਜਿੰਪਾ ਸਾਹਿਬ ਜਿਹੜੇ ਰੈਵਨਿਊ ਮਿਨਿਸਟਰ ਹੈਗੇ ਆ ਉਹਨਾਂ ਨਾਲ ਮੀਟਿੰਗ ਸੀਗੀ ਯੂਨੀਅਨ ਦੀ ਤੇ ਉਹਦੇ ਵਿੱਚ ਇਹ ਇਸ਼ੂ ਆਇਆ ਸੀਗਾ। ਉਹਦੇ ਵਿੱਚ ਦਿਨੇਸ਼ ਚੱਢਾ ਜਿਨ੍ਹਾਂ ਦੇ ਖਿਲਾਫ ਇਹ ਸ਼ਿਕਾਇਤ ਹੈ ਉਹਨਾਂ ਦੀ, ਉਹ ਵੀ ਸੀਗੇ। ਪਰ ਜਿੱਥੇ ਤੱਕ ਪਤਾ ਲੱਗਿਆ ਕਿ ਯੂਨੀਅਨ ਦੇ ਜਿਹੜੇ ਬੰਦੇ ਦਾ ਕਹਿਣਾ ਹੈ ਵੀ ਉਹਨਾਂ ਨੇ ਮਾਫੀ ਮੰਗਣ ਤੋਂ ਇਨਕਾਰ ਕਰਤਾ ਹੈ। ਯੂਨੀਅਨ ਇਹ ਚਾਹੁੰਦੀ ਸੀ ਕਿ ਉਹ ਮਾਫੀ ਮੰਗਣ ਆਪਣੇ ਇਸ ਕਾਰੇ ਦੀ ਜਿਹੜਾ ਉਹਨਾਂ ਨੇ ਕੀਤਾ ਉਸ ਦਿਨ, ਤੇ ਇਹ ਠੀਕ ਨਹੀਂ ਹੈਗਾ। ਪਰ ਸਿਰੇ ਨਹੀਂ ਚੜੀ ਤਾਂ ਮੈਨੂੰ ਲੱਗਦਾ ਕਿ ਜਿਹੜੀ ਉਹ 2 ਦਿਨ ਦੀ ਜਿਹੜੀ ਕਲਮ ਛੋੜੋ ਹੜਤਾਲ ਸੀ
ਉਹ ਅੱਜ ਫਿਰ ਕੰਟੀਨਿਊ ਰਹੇਗੀ, ਯਾਨੀ ਕਿ ਤੀਸਰਾ ਦਿਨ 'ਚ ਦਾਖਲ ਹੋ ਗਈ ਹੈ। ਤੇ ਅੱਗੇ ਕਿੰਨਾ ਚਿਰ ਰਹੇਗੀ ਇਹ ਨਾ ਹੀ ਕਿਹਾ ਜਾ ਸਕਦਾ। ਪਰ ਹਾਂ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ 9 ਕਰੋੜ ਦਾ ਨੁਕਸਾਨ ਹੋ ਗਿਆ, ਦੇਖੋ ਉਹ ਨੁਕਸਾਨ ਨਹੀਂ ਹੈ, ਉਹ ਤਾਂ ਅੱਗੇ ਪੈ ਗਿਆ। ਅੱਜ ਰਜਿਸਟਰੀ ਨਹੀਂ ਹੋਈ, ਜਿਹਨੇ ਕਰਾਣੀ ਹੈ ਉਹ ਤਾਂ ਕੱਲ ਵੀ ਕਰਾਏਗਾ ਹੀ, ਤਾਂ ਉਹ ਰਜਿਸਟਰੀਆਂ ਤਾਂ ਹੋ ਜਾਣਗੀਆਂ। ਸਵਾਲ ਤਾਂ ਇਸ ਗੱਲ ਦਾ ਕਿ ਜਿਨ੍ਹਾਂ ਦੇ ਨੰਬਰ ਆਏ ਹੋਏ ਆ, ਕਿਉਂਕਿ ਅੱਜ ਕੱਲ੍ਹ ਰਜਿਸਟਰੀਆਂ ਦੇ ਤੁਹਾਨੂੰ ਟਾਈਮ ਲੈਣੇ ਪੈਂਦੇ ਆ, ਹੁਣ ਜਿਨ੍ਹਾਂ ਦੇ ਨੰਬਰ ਆਏ ਹੋਏ ਸੀ ਉਹਨਾਂ ਦਾ ਜਿਹੜਾ ਉਹ ਲਟਕ ਗਿਆ, ਉਹਦਾ ਕੀ ਬਣੇਗਾ। ਦੂਸਰੀ ਗੱਲ ਇਹ ਹੁੰਦੀ ਹੈ ਕਿ ਅਸੀਂ ਪਹਿਲਾਂ ਹੀ ਉਹ ਕਰ ਰੱਖਿਆ ਹੁੰਦਾ ਕਿ ਵੀ ਫਲਾਣੀ ਤਰੀਕ ਨੂੰ ਰਜਿਸਟਰੀ ਕਰਾਣੀ, ਆਪਾਂ ਇਕਰਾਰਨਾਮੇ ਜੇ ਕਰ ਰੱਖੇ ਹੁੰਦੇ ਆ ਕਿ ਉਹ ਇਕਰਾਰਨਾਮਿਆਂ ਨੂੰ ਫਿਰ ਅੱਗੇ ਵਧਾਇਆ ਜਾਏਗਾ ਜਾਂ ਕਿਵੇਂ ਹੋਏਗਾ। ਇਹ ਦਿੱਕਤਾਂ ਆ ਜਾਂਦੀਆਂ ਕਿਉਂਕਿ ਲੋਕਾਂ ਨੇ ਪੈਸੇ ਤੇ ਦਾ ਇੰਤਜ਼ਾਮ ਕੀਤਾ ਹੁੰਦਾ ਘਰ 'ਚ, ਫਿਰ ਇੰਨਾ ਪੈਸਾ ਰੱਖਣਾ ਵੀ ਥੋੜਾ ਦਿੱਕਤ ਹੁੰਦੀ ਹੈ, ਕਿਉਂਕਿ ਸਾਡੇ ਇੱਥੇ ਤਾਂ 2 ਨੰਬਰ ਦੇ ਵਿੱਚ ਹੀ ਜ਼ਿਆਦਾ ਪੈਸਾ ਦਾ ਲੈਣ ਦੇਣ ਹੁੰਦਾ, 1 ਨੰਬਰ 'ਚ ਘੱਟ ਹੁੰਦਾ। ਸੋ ਉਹ ਜਿਹੜਾ ਪੈਸਾ ਵੀ ਪਿਆ ਹੁੰਦਾ ਉਹਦੇ ਲਈ ਵੀ ਦਿੱਕਤ ਆ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਦਿੱਕਤਾਂ ਤਾਂ ਬਹੁਤ ਨੇ। ਰਜਿਸਟਰੀਆਂ ਤਾਂ ਹੋ ਹੀ ਜਾਣਗੀਆਂ ਜਦੋਂ ਖਤਮ ਹੋਣਗੀਆਂ, ਇਹ ਹੜਤਾਲ ਖਤਮ ਹੋਏਗੀ, ਹੋ ਜਾਣਗੀਆਂ, ਘਾਟਾ ਨਹੀਂ ਹੋਏਗਾ ਸਰਕਾਰ ਨੂੰ। ਪਰ ਜਿਹੜੀ ਲੋਕਾਂ ਦੀ ਮਾਨਸਿਕ ਪੀੜਾ ਹੁੰਦੀ ਹੈ ਨਾ, ਉਹਨੂੰ ਵੀ ਸਮਝਣਾ ਚਾਹੀਦਾ ਹੈ। ਔਰ ਆਫੀਸਰਸ ਲੈਵਲ ਵੀ ਹੜਤਾਲਾਂ ਤੇ ਜੇ ਜਾਣ ਲੱਗ ਗਏ ਤਾਂ ਫਿਰ ਬਹੁਤ ਔਖਾ ਹੋ ਜਾਣਾ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਚਲਾਉਣਾ। ਔਰ ਇਹ ਸਰਕਾਰ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਦੂਸਰੀ ਜਾਂ ਤੀਸਰੀ ਵਾਰੀ ਹੈ ਜਦੋਂ ਜਿਹੜੇ ਇਹ ਤਹਿਸੀਲਦਾਰ ਜਿਹੜੇ ਹੈਗੇ ਨੇ ਉਹ ਹੜਤਾਲ ਤੇ ਗਏ ਆ। ਆ ਜਿਹੜੀ ਤੁਸੀਂ 2 ਨੰਬਰ ਵਾਲੀ ਗੱਲ ਕੀਤੀ ਨਾ, ਇਹਨੂੰ ਕੈਸ਼ ਕਹਿੰਦੇ ਆ। ਔਰ ਕੈਸ਼ ਘਰਾਂ 'ਚ ਜੇ ਪਿਆ ਅੱਜ ਕੱਲ ਸੁਰੱਖਿਅਤ ਨਹੀਂ, ਪੁਲਿਸ ਵੀ ਬੜੇ ਛਾਪੇ ਮਾਰ ਰਹੀ ਹੈ। ਪਤਾ ਲੱਗਿਆ ਵੀ ਸਮੂਹਿਕ ਸਰਚ ਦੇ ਰੂਪ ਵਿੱਚ ਜ਼ਿਲ੍ਹਿਆਂ ਦੇ ਜ਼ਿਲ੍ਹੇ ਨਿਸ਼ਾਨੇ ਤੇ ਲਏ ਜਾਂਦੇ ਆ, ਤੇ ਫਿਰ ਜਸਟੀਫਿਕੇਸ਼ਨ ਵੀ ਬੜੀ ਔਖੀ ਲੋਕਾਂ ਲਈ ਹੋ ਜਾਂਦੀ ਹੈ ਵੀ ਘਰ ਪਏ ਪੈਸੇ, ਕਿਉਂਕਿ ਰਜਿਸਟਰੀ ਜੇ ਕਿਸੇ ਨੇ 50 ਲੱਖ ਦੀ ਕਰਾਉਣੀ ਆ ਤੇ ਸਰਕਾਰ ਨੂੰ ਤਾਂ 15 ਲੱਖ ਵਾਲਾ ਹੀ ਹਿੱਸਾ ਜਾਂਦਾ ਹੈ, ਬਾਕੀ 35 ਤਾਂ ਥੱਲਿਓਂ ਦੀ ਜਾਂਦਾ ਹੈ। ਸੋ ਅਜੇ ਤੱਕ ਸਰਕਾਰਾਂ ਇਹਨਾਂ ਪਾਸਿਆਂ ਵੱਲ ਸੁਚੇਤ ਨਹੀਂ ਹੋਈਆਂ। ਮੈਨੂੰ ਲੱਗਦਾ ਜਿਹੜਾ ਰੈਵਨਿਊ ਦੀ ਲੀਕੇਜ ਆ ਉਹ ਬਹੁਤ ਵੱਡੀ ਆ। ਇੱਥੇ ਥੋੜਾ ਜਿਹਾ ਤੁਹਾਨੂੰ ਤਰਕਸੰਗਤ ਸਟੈਪ ਲੈਣੇ ਪੈਣਗੇ। ਤੁਹਾਨੂੰ ਡਿਊਟੀ ਘਟਾ ਕੇ ਆਪਣੇ ਡੀਸੀ ਰੇਟ ਜਿਹੜੇ ਆ ਉਹ ਜ਼ਰੂਰ ਕਲੈਕਟਰ ਰੇਟ ਬਹੁਤ ਵਧਾਉਣੇ ਚਾਹੀਦੇ ਆ। ਅਦਰਵਾਈਜ਼ ਜਦੋਂ ਕਿਸੇ ਨੂੰ ਕੋਈ ਕੰਪਨਸੇਸ਼ਨ, ਕੋਈ ਮੁਆਵਜ਼ਾ ਕਿਧਰੇ ਕੋਈ ਐਕਵਾਇਰ ਕਰਨਾ ਹੁੰਦਾ, ਜਦੋਂ ਕਿਧਰੇ ਕੋਈ ਐਕਵਾਇਰਮੈਂਟ ਜਾਂ ਐਕਵਾਇਰ ਕਰਨ ਦੀ ਗੱਲ ਆਉਂਦੀ ਹੈ, ਫਿਰ ਉਹ ਆਮ ਬੰਦੇ ਨੂੰ ਨੁਕਸਾਨ ਹੁੰਦੇ। ਭਾਸਕਰ ਸਾਹਿਬ, ਹੁਣ ਚੱਲੀਏ ਕਾਲੀ ਦੇ ਵਿੱਚ ਦਿੱਲੀ ਚੱਲਦੇ ਆ। ਅੱਜ ਕੱਲ ਵਿਕਰਮਜੀਤ ਸਾਹਨੀ ਜਿਹੜੇ ਕਿ ਵੈਸੇ ਸਨਅਤਕਾਰ ਨੇ, ਟਰੇਡਰ ਨੇ ਤੇ ਬਿਜ਼ਨਸਮੈਨ ਨੇ, ਉਹ ਬੜੇ ਸਿਰ ਕੱਢ ਰਹੇ ਆ ਪੋਲਿਟਿਕਸ ਵਿੱਚ, ਪੁਲ ਬਣ ਰਹੇ ਆ ਵੱਖ-ਵੱਖ ਮਾਮਲਿਆਂ 'ਚ। ਵੈਸੇ ਸਿਆਸੀ ਧਿਰਾਂ ਨੂੰ ਇਹ ਵਾਰਾ ਨਹੀਂ ਖਾਂਦੀਆਂ ਹੁੰਦੀਆਂ ਗੱਲਾਂ, ਇਹ ਤਾਂ ਆਮ ਆਦਮੀ ਪਾਰਟੀ ਵਾਲੇ ਨਵੇਂ ਆ, ਨਹੀਂ ਤੇ ਹੁਣ ਤੱਕ ਕਿਸੇ ਹੋਰ ਸਿਆਸੀ ਪਾਰਟੀ 'ਚ ਹੁੰਦੇ ਤੇ ਉਹਨਾਂ ਖੰਭ ਕੁਤਰ ਦੇਣੇ ਸੀ। ਉਹ ਵੱਖ-ਵੱਖ ਮੁੱਦਿਆਂ ਤੇ ਐਕਟਿਵ ਰਹਿੰਦੇ ਆ, ਪ੍ਰੋ ਐਕਟਿਵ ਰਹਿੰਦੇ ਆ, ਪੰਜਾਬ ਪੱਖੀ ਰਹਿੰਦੇ ਆ। ਚਲੋ ਖੈਰ, ਇਹ ਚੰਗੀ ਗੱਲ ਆ ਵੀ ਉਹ ਵੱਖ-ਵੱਖ, ਕਦੇ ਵਿਦੇਸ਼ ਮੰਤਰਾਲਿਆਂ 'ਚ, ਕਦੇ ਬਾਹਰੋਂ ਬੱਚੇ ਛਡਾ ਕੇ ਲਿਆਉਣੇ, ਕਦੇ ਹੋਰ ਮਾਮਲੇ, ਉਹਨੂੰ RDF ਦਾ ਪਿੱਛੇ ਉਦੋਂ ਜਦੋਂ G20 ਵਾਲਾ ਸੀ, ਉਹ ਸਾਰੇ ਮਾਮਲਿਆਂ 'ਚ ਹੁਣ ਉਹਨਾਂ ਸਾਰੇ ਇਕੱਠੇ ਕਰ ਲਏ MP ਪੰਜਾਬ ਦੇ, ਤੇ ਉਹਨਾਂ ਨੂੰ ਕਿਹਾ ਵੀ ਆਪਾਂ ਪੰਜਾਬ ਦੀ ਲੜਾਈ ਲੜੀਏ, ਭਾਵੇਂ RDF ਦੀ ਹੋਵੇ ਕੋਈ ਹੋਰ ਹੋਵੇ, ਕੇਂਦਰ ਤੋਂ ਇਹ ਕੰਮ ਜਿਹੜੇ ਮੁੱਖ ਮੰਤਰੀ ਦੇ ਫਸੇ ਆਪਾਂ ਕਢਾਇਆ ਕਰੀਏ। ਸੋ ਰਾਘਵ ਚੱਡਾ ਦੀ ਅਗਵਾਈ 'ਚ ਹੋਵੇਗਾ ਕਿ ਵਿਕਰਮਜੀਤ ਸਾਹਨੀ ਦੀ ਅਗਵਾਈ 'ਚ ਹੋਵੇਗਾ, ਇਹ ਸਵਾਲ ਕਾਫੀ ਅਹਿਮ ਆ। ਖੈਰ, ਜੋ ਵੀ ਹੋ ਰਿਹਾ ਚੰਗਾ ਹੋ ਰਿਹਾ। ਲੀਡਰਸ਼ਿਪ ਦੀ ਲੜਾਈ ਬਾਅਦ 'ਚ ਸਿੱਝੀ ਜਾ ਸਕਦੀ ਆ, ਪਰ ਹੁੰਦਾ ਰਵੇ ਕਿਤੇ ਇਹ ਨਾ ਹੋਵੇ ਕਿ ਖੰਭ ਕੁਤਰਨ ਦੀ ਗੇਮ ਤੁਰ ਪਏ। ਕੀ ਕਹਿੰਦੇ ਹੋ? ਜਿੱਥੇ ਤੱਕ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਿਕਰਮਜੀਤ ਸਿੰਘ ਸਾਹਨੀ ਉਹਨਾਂ ਦੀ ਪਹਿਲ ਦੀ ਗੱਲ ਹੈਗੀ ਹੈ, ਵਿਦੇਸ਼ਾਂ ਦੇ ਵਿੱਚ ਫਸੇ ਹੋਏ ਪੰਜਾਬੀ ਹੋਣ ਜਾਂ ਫਿਰ ਉਹ ਪੰਜਾਬ ਦੇ ਉਹ तमाम ਮੁੱਦੇ, ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਸਾਹਨੀ ਉਹਨਾਂ ਨੇ ਪੰਜਾਬ ਦੇ ਸਾਰੇ ਐਮਪੀਆਂ ਨੂੰ ਅਪੀਲ ਕੀਤੀ ਸੀ। ਉਸ ਅਪੀਲ ਤੋਂ ਬਾਅਦ ਕੱਲ ਵਕਤ ਸੀਗਾ ਉਸ ਡਿਨਰ ਦਾ। ਉਸ ਡਿਨਰ ਦੇ ਵਿੱਚ ਸਾਰੀ ਪਾਰਟੀਆਂ ਦੇ ਪੰਜਾਬ ਦੇ ਐਮਪੀਜ਼ ਨੂੰ ਸੱਦਾ ਦਿੱਤਾ ਗਿਆ। ਉਹਦੇ ਵਿੱਚੋਂ ਆਏ ਕੌਣ? ਹੁਣ ਦੇਖੋ, ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਉੱਤੇ ਸੋਮ ਪ੍ਰਕਾਸ਼ ਹੋਣਾ, ਜਿਹੜੇ ਕੇਂਦਰੀ ਮੰਤਰੀ ਵੀ ਹੈਗੇ ਨੇ, ਉਹ ਵੀ ਆਏ ਸੀਗੇ। ਇੱਕ ਰਾਜੀਵ ਪ੍ਰਤਾਪ ਰੂਡੀ, ਹਾਲਾਂਕਿ ਹੈਗੇ ਤੇ ਬੀਜੇਪੀ ਦੇ ਹੈਗੇ ਨੇ, ਪਰ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ। ਜੇ ਸ਼ਾਮਿਲ ਨਹੀਂ ਸੀ ਤੇ ਸਿਰਫ ਤਾਰਾ ਯਾਨੀ ਸਨੀ ਦਿਓਲ ਸ਼ਾਮਿਲ ਨਹੀਂ ਸੀ, ਜਿਹੜੇ ਜਿਸ ਤਰੀਕੇ ਨਾਲ ਬਾਕੀ ਤਕਰੀਬਨ ਸਾਰੇ ਐਮਪੀ ਕੱਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੈਠ ਕੇ ਖਾਣਾ ਖਾ ਕੇ ਇੱਕ ਤਰੀਕੇ ਨਾਲ ਉਹਨਾਂ ਮੁੱਦਿਆਂ ਦੇ ਉੱਤੇ ਇਕੱਠੇ ਹੁੰਦੇ ਨਜ਼ਰ ਆਏ। ਔਰ ਹੁਣ RDF ਦਾ ਮੁੱਦਾ ਹੋਏ ਜਾਂ ਫਿਰ ਚੰਡੀਗੜ੍ਹ ਦਾ ਮੁੱਦਾ ਹੋਏ ਜਾਂ ਫਿਰ ਉਹ तमाम ਉਹ ਮੁੱਦੇ ਜਿਹੜੇ ਪੰਜਾਬ ਦੇ ਹੈਗੇ ਨੇ, ਉਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਨਾਲ ਕਿੱਦਾਂ ਖੜਨਾ ਹੈ, ਇਹ ਸਾਰੇ ਐਮਪੀਜ਼ ਨੇ ਮਿਲ ਕੇ ਡਿਸਾਈਡ ਕੀਤਾ। ਪਰ ਕਿੰਨੇ ਕੁ ਅੱਗੇ ਚੱਲ ਕੇ ਸਾਥ ਦਿੰਦੇ ਨੇ? ਹੁਣ ਸੋਮ ਪ੍ਰਕਾਸ਼ ਹੋਣਾ RDF ਦੇ ਮੁੱਦੇ ਦੇ ਉੱਤੇ ਮੋਦੀ ਸਾਹਿਬ ਨੂੰ ਜਾਂ ਅਮਿਤ ਸ਼ਾਹ ਉਹਨਾਂ ਨੂੰ ਜਾਂ ਪੀਯੂਸ਼ ਗੋਇਲ ਨੂੰ ਕਿੰਨਾ ਕੁ ਮਨਾ ਪਾਉਂਦੇ ਨੇ, ਇਹ ਤੇ ਖੈਰ ਬਾਅਦ ਦੀ ਗੱਲ ਹੈਗੀ ਹੈ, ਪਰ ਇਕੱਠੇ ਕਰਨੇ ਉਹ ਵੀ ਬੜਾ ਔਖਾ ਕੰਮ ਹੈ। ਔਰ ਉਹ ਵਿਕਰਮਜੀਤ ਸਿੰਘ ਸਾਹਨੀ ਉਹਨਾਂ ਨੇ ਕੱਲ ਦੇ ਡਿਨਰ ਤੇ ਕਰਤਾ। ਵੈਸੇ ਭਾਸਕਰ ਸਾਹਿਬ, ਇਹ ਹੋਸਟ ਤਗੜੇ ਲੱਗਦੇ ਆ, ਤਾਂ ਹੀ ਕਿਸੇ ਨੇ ਵਿੱਚੋਂ ਮਿਸ ਨਹੀਂ ਕੀਤਾ, ਸਾਰੇ ਹੀ ਗਏ। ਮੈਨੂੰ ਲੱਗ ਰਿਹਾ ਵੱਡੀ ਗੱਲ ਨਹੀਂ ਕਿ ਅਗਲੇ ਦਿਨਾਂ 'ਚ ਚੰਡੀਗੜ੍ਹ ਦੇ ਵਿੱਚ ਸਾਰੇ ਮੀਡੀਆ ਨੂੰ ਇੱਕ ਡਿਨਰ ਦੇਣਗੇ
ਤੇ ਉੱਥੇ ਫਿਰ ਆਪ ਜਿੱਦਾਂ ਬਰਾਤ ਵਿੱਚ ਲੜਾ ਨਹੀਂ ਹੁੰਦਾ, ਸਾਰਿਆਂ ਕੋਲ ਜਾਂਦੇ ਆਉਂਦੇ ਦਿਸਣਗੇ, ਇੰਜ ਲੱਗਦਾ ਹੈ। ਪਰ ਇਹ ਨਾ ਹੋਵੇ ਵੀ ਫਿਰ ਉਹ ਚੁਭਣ ਲੱਗ ਜਾਣ, ਰੱਬ ਸੌਖੀ ਰੱਖੇ, ਕਿਉਂਕਿ ਬੀਜੇਪੀ ਵਾਲੇ ਵੀ ਉਹ ਕਾਫੀ ਨੇੜੇ ਨੇ ਉਹਨਾਂ ਦੇ, ਉਹ ਪੌੜੀਆਂ ਜਿਹਦੀਆਂ ਮਰਜ਼ੀ ਚੜ ਜਾਂਦੇ ਨੇ, ਕੋਈ ਸਰਕਾਰੀ ਦਫ਼ਤਰ ਹੋਵੇ, ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮਿਲ ਸਕਦੇ ਨੇ। ਸੋ ਵਿਕਰਮਜੀਤ ਸਿੰਘ ਸਾਨੀ ਸਾਰੀਆਂ ਪਾਰਟੀਆਂ 'ਚ ਪ੍ਰਵਾਨਿਤ ਆਗੂ ਨੇ। ਇੰਦਰਪ੍ਰੀਤ ਜੀ, ਲਾਸਟ ਗੱਲ ਤੇ ਕਾਲੀ ਦੇ ਵਿੱਚ ਆਨੰਦ ਮੈਰਿਜ ਐਕਟ ਵਿੱਚ ਕੀ ਕਰਨ ਲੱਗੇ ਨੇ? ਤੁਸੀਂ ਦੱਸ ਰਹੇ ਸੀ ਕੁਝ ਟੈਕਨੀਕੈਲਿਟੀਜ਼, ਪੁੱਛਿਆ ਤੁਸੀਂ ਜੀ ਚੀਫ ਸੈਕਟਰੀ ਅਨੁਰਾਗ ਵਰਮਾ ਜੀ ਨੂੰ ਵੀ ਹੋ ਕੀ ਰਿਹਾ, ਦਰਅਸਲ ਸਰਕਾਰ ਚਾਹ ਕੀ ਰਹੀ? ਕਿਉਂਕਿ 2018 ਦੇ ਵਿੱਚ ਵੀ ਇਹਦੇ ਉੱਤੇ ਕੁਝ ਕੰਮ ਹੋ ਰਿਹਾ ਸੀ, ਉਸ ਤੋਂ ਪਹਿਲਾਂ 10 ਦੇ ਆਸ-ਪਾਸ ਵੀ ਹੋ ਰਿਹਾ ਸੀ, ਔਰ ਵੱਖ-ਵੱਖ ਸਰਕਾਰਾਂ ਦੇ ਵਿੱਚ ਇਹਦੇ ਤੇ ਥੋੜੀ ਸਰਗਰਮੀ ਚੱਲਦੀ ਰਹਿੰਦੀ ਹੈ, ਪਰ ਗੱਲ ਤਣ ਪੱਤਣ ਨਹੀਂ ਲੱਗਦੀ। ਇਸ ਵਾਰੀ ਏਜੰਡਾ ਕੀ ਸੀ ਜਿਹਦੇ ਉੱਤੇ ਸਿਆਸਤ ਹੋਣ ਲੱਗੀ ਕਿ ਮੁੱਖ ਮੰਤਰੀ ਨੇ 94 ਬੰਦੇ ਸੱਦੇ ਸੀ, ਜਿਹੜੀ ਮੀਟਿੰਗ ਕੱਲ ਨਹੀਂ ਹੋ ਸਕੀ? ਰੰਧਾਵਾ ਸਾਹਿਬ, ਇੱਕ ਗੱਲ ਵਿੱਚ ਜਿਹੜੀ ਸਾਨੀ ਸਾਹਿਬ ਵਾਲੀ ਹੈਗੀ ਆ ਉਹ ਕਰਕੇ ਉਸ ਤੋਂ ਬਾਅਦ ਫਿਰ ਇਸ ਤੇ ਵੀ ਕਰਦੇ ਆ। ਦੇਖੋ 100 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਹੈਗਾ ਉਹ सांसद निधि कोष, हिंदी ਅਸੀਂ ਕਹਿੰਦੇ एमपी ਲੈਡ ਜਿਹਨੂੰ ਕਹਿੰਦੇ ਹੈਗੇ ਆ, ਉਹ ਮਿਲਦਾ ਹੈ। ਅੱਗੇ ਇੱਕ ਬਹੁਤ ਪੁਰਾਣੀ ਪਰੰਪਰਾ ਰਹੀ ਹੈ ਕਿ ਚੀਫ ਮਿਨਿਸਟਰ ਜਿਹੜੇ ਹੈਗੇ ਆ ਉਹ ਸਾਲ ਦੇ ਵਿੱਚ ਇੱਕ ਮੀਟਿੰਗ ਸਾਰੇ ਐਮਪੀਆਂ ਨਾਲ ਕਰਦੇ ਹੁੰਦੇ ਸੀ। ਉਹਨਾਂ ਦੇ ਵਿੱਚ ਉਹਨਾਂ ਨੂੰ ਇਸ਼ੂਜ਼ ਵੀ ਦੱਸਦੇ ਸੀ ਵੀ ਆਹ ਸਟੇਟ ਦੇ ਇਸ਼ੂਜ਼ ਨੇ, ਇਹਨਾਂ ਨੂੰ ਜ਼ਰੂਰ ਟੇਕ ਅਪ ਕਰੋ, ਉੱਥੇ ਉਠਾਓ। ਨਾਲ ਦੀ ਨਾਲ ਉਹਨਾਂ ਦੇ ਜਿਹੜੇ ਪੈਸੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਕਿੱਥੇ ਖਰਚ ਕਰਨੇ ਆ, ਕਿੰਨੀ ਤੇਜ਼ੀ ਨਾਲ ਖਰਚ ਕਰਨੇ ਆ, ਕੋਈ ਹਰਡਲਸ ਤਾਂ ਨਹੀਂ ਆ ਰਹੀ, ਇਹਦੇ ਉੱਤੇ ਵੀ ਇੱਕ ਲੰਬੀਆਂ ਚਰਚਾਵਾਂ ਹੁੰਦੀਆਂ ਸੀਗੀਆਂ। ਤੇ ਜੇ ਕੋਈ ਛੋਟੀਆਂ ਹਰਡਲ ਕਰਕੇ ਰਹਿੰਦੀ ਸੀ ਕਿਤੇ ਖਰਚ ਹੋਣ ਤੋਂ, ਤਾਂ ਉਹ ਖਰਚ ਹੋ ਜਾਂਦੇ ਸੀ, ਮਤਲਬ ਉਹ ਸਾਰੀਆਂ ਦੂਰ ਹੋ ਜਾਂਦੀਆਂ ਸੀ, ਟਾਈਮਲੀ ਪੈਸਾ ਲੱਗ ਜਾਂਦਾ ਹੁੰਦਾ ਸੀਗਾ। ਪਰ ਪਿਛਲੇ ਮੈਨੂੰ ਲੱਗਦਾ ਕਿ 10 ਸਾਲ ਤੋਂ ਮੈਂ ਨਹੀਂ ਕੋਈ ਇਹ ਮੀਟਿੰਗ ਹੁੰਦੀ ਦੇਖੀ ਵੀ ਕਿਸੇ ਵੀ ਚੀਫ ਮਿਨਿਸਟਰ ਨੇ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਰਹੇ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਰਹੇ ਹੋਣ, ਚੰਨੀ ਰਹੇ ਹੋਣ, ਚਾਹੇ ਹੁਣ ਭਗਵੰਤ ਮਾਨ ਹੋਣ। ਭਗਵੰਤ ਮਾਨ ਤਾਂ ਹਾਲਾਂਕਿ ਖੁਦ ਵੀ ਪਾਰਲੀਮੈਂਟ ਮੈਂਬਰ ਰਹਿ ਚੁੱਕੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ। ਕਿਸੇ ਨੇ ਵੀ ਇਹ ਮੀਟਿੰਗ ਕਰਨ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਵੀ ਘੱਟੋ ਘੱਟ ਚਲੋ ਜਦੋਂ ਸੈਸ਼ਨ ਲੋਕ ਸਭਾ ਦਾ ਸ਼ੁਰੂ ਹੁੰਦਾ ਹੈ, ਕੋਈ ਵੀ ਹੋਵੇ, ਕਿਉਂਕਿ ਲੋਕ ਸਭਾ ਦੇ ਵਿੱਚ ਲੰਬੇ ਸੈਸ਼ਨ ਚੱਲਦੇ ਆ, ਤਾਂ ਉੱਥੇ ਪੰਜਾਬ ਦੇ ਬਹੁਤ ਸਾਰੇ ਇਸ਼ੂਜ਼ ਹੁੰਦੇ ਆ ਜਿਹੜੇ ਅਸੀਂ ਆਪਣੇ ਐਮਪੀਜ਼ ਨੂੰ ਘੱਟੋ ਘੱਟ ਬਰੀਫ ਕਰ ਸਕਦੇ ਹਾਂ ਵੀ ਆਹ ਸਾਡੀਆਂ ਦਿੱਕਤਾਂ ਨੇ, ਇਹ ਜ਼ਰੂਰ ਉਠਾਓ ਉੱਥੇ। ਤੇ ਮੈਨੂੰ ਲੱਗਦਾ ਕਿ ਜੇ ਮਿਲ ਕੇ ਕੋਈ ਇਸ ਤਰ੍ਹਾਂ ਉਠਾਏ ਤਾਂ ਇਹ ਨਹੀਂ ਹੋ ਸਕਦਾ ਵੀ ਸੈਂਟਰ ਗਵਰਨਮੈਂਟ ਉਹਨੂੰ ਪੂਰਾ ਨਾ ਕਰੇ। ਫਿਰ ਹੁਣ ਤੁਸੀਂ ਗੱਲ ਕਰ ਰਹੇ ਸੀਗੇ ਆਨੰਦ ਮੈਰਿਜ ਐਕਟ ਦੀ। ਆਨੰਦ ਮੈਰਿਜ ਐਕਟ 2016 ਦੇ ਵਿੱਚ ਇਹਦੇ ਜਿਹੜੇ ਨਿਯਮ ਬਣੇ ਸੀ ਉਹਦੇ 'ਚ ਇੱਕ ਖਾਮੀ ਨਜ਼ਰ ਆ ਰਹੀ ਸੀ, ਉਹ ਸੀ ਕਿ ਜਿੱਥੇ ਵੀ ਕੋਈ ਕਿਸੇ ਦਾ ਵਿਆਹ ਹੁੰਦਾ ਹੈ, ਇਹ ਐਕਟ ਦੇ ਵਿੱਚ ਰਜਿਸਟ੍ਰੇਸ਼ਨ ਦਾ ਪ੍ਰੋਵੀਜ਼ਨ ਇਹ ਹੈ ਕਿ ਤੁਸੀਂ ਉੱਥੇ ਹੀ ਰਜਿਸਟਰਡ ਕਰਾਉਣਾ ਪਏਗਾ। ਸਪੋਜ਼ ਕਰੋ ਕਿ ਤੁਸੀਂ ਅੰਮ੍ਰਿਤਸਰ ਤੋਂ ਇੱਥੇ ਆ ਕੇ ਵਿਆਹ ਕਰ ਰਹੇ ਹੋ ਕੋਈ, ਤਾਂ ਤੁਹਾਨੂੰ ਇੱਥੇ ਰਜਿਸਟ੍ਰੇਸ਼ਨ ਕਰਾਉਣੀ ਪਏਗੀ, ਨਾ ਕਿ ਤੁਸੀਂ ਅੰਮ੍ਰਿਤਸਰ ਕਰਾ ਸਕਦੇ ਹੋ। ਸੋ ਇਹਦੇ ਵਿੱਚ ਲੇਕਿਨ ਜਿਹੜਾ ਕੰਪਲਸਰੀ ਮੈਰਿਜ ਐਕਟ ਹੈਗਾ ਜਿਹਦੇ ਅਧੀਨ ਆਲਰੇਡੀ ਅਸੀਂ ਸਾਰੀਆਂ ਰਜਿਸਟ੍ਰੇਸ਼ਨਸ ਕਰਾ ਰਹੇ ਹਾਂ ਪਹਿਲਾਂ ਤੋਂ ਹੀ, ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਕਿ ਜਿੱਥੇ ਵੀ ਤੁਸੀਂ ਵਿਆਹ ਕਰਾਉਂਦੇ ਹੋ ਉੱਥੇ ਵੀ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ, ਪਲੱਸ ਜਿੱਥੇ ਦੇ ਤੁਸੀਂ ਹੋ, ਚਾਹੇ ਕੁੜੀ ਹੈ ਤਾਂ ਕੁੜੀ ਵਾਲੇ ਆਪਣੀ ਜਗ੍ਹਾ ਤੇ ਕਰਾ ਸਕਦੇ ਆ, ਮੁੰਡੇ ਵਾਲੇ ਆਪਣੀ ਥਾਂ ਤੇ ਕਰਾਉਣਾ ਚਾਹਣ ਤਾਂ ਉੱਥੇ ਆਪਣੇ ਸ਼ਹਿਰ 'ਚ ਕਰਾ ਸਕਦੇ ਆ। ਇਸ ਪ੍ਰੋਵੀਜ਼ਨ ਨੂੰ ਲੈ ਕੇ ਸੀਗਾ ਕਿ ਕੀ ਇਸ ਮਦ ਨੂੰ ਹੀ ਆਨੰਦ ਮੈਰਿਜ ਐਕਟ ਦੇ ਵਿੱਚ ਵੀ ਹੀ ਪਾ ਲਿਆ ਜਾਏ। ਤਾਂ ਇਹਦੇ ਉੱਤੇ ਇੱਕ ਮੀਟਿੰਗ ਬੁਲਾਈ ਸੀਗੀ ਜਿਹਦੇ ਬਾਰੇ ਥੋੜਾ ਜਿਹਾ ਇੱਕ ਟਵਿਸਟ ਇੰਨਾ ਕੁ ਸੀ ਕਿ ਕੀ ਇਹਦਾ ਕੋਈ ਰੈਲੀਵੈਂਸ UCC ਨਾਲ ਵੀ ਸੀਗਾ, ਕਿਉਂਕਿ ਆਨੰਦ ਮੈਰਿਜ ਐਕਟ ਦੇ ਉੱਤੇ ਪ੍ਰਭਾਵ ਪੈਂਦਾ ਕਿ ਨਹੀਂ ਪੈਂਦਾ ਇਹ ਵੀ ਦੇਖਣ ਵਾਲਾ। UCC ਦੇ ਉੱਤੇ ਹਜੇ ਮਤਲਬ ਕਿਉਂਕਿ ਚਰਚਾ ਹੋਈ ਨਹੀਂ ਹੈ, ਨਾ ਹੀ ਸਾਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਆਊਗਾ, ਤਾਂ ਕਿ ਉਸ ਦੇ ਉੱਤੇ ਕੋਈ ਚਰਚਾ ਕਰਨੀ ਸੀ ਸੀਐਮ ਨੇ। ਇਹ ਬੜੇ ਸਵਾਲ ਸੀਗੇ, ਪਰ ਕਿਉਂਕਿ ਫਲੱਡ ਸਿਚੁਏਸ਼ਨ ਚੱਲ ਰਹੀ ਹੈ ਤਾਂ ਮੀਟਿੰਗ ਤਾਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਰੱਦ ਕਰਤੀ ਸੀ। ਉਹਨਾਂ ਨੇ ਕਿਹਾ ਵੀ ਨਹੀਂ ਹਜੇ, ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਦਿੱਕਤਾਂ ਜ਼ਿਆਦਾ ਨੇ, ਸਾਰੇ ਉਲਝੇ ਹੋਏ ਨੇ, ਈਵਨ ਮੰਤਰੀ ਵੀ ਔਰ ਜਿਹੜੇ MLAs ਨੇ ਉਹ ਵੀ, ਇਹ ਸਾਰੇ ਤਾਂ ਫਿਰ ਹਜੇ ਇਹ ਫਰੰਟ ਹੋਰ ਖੋਲਣ ਦੀ ਲੋੜ ਨਹੀਂ ਹੈ। ਸੋ ਇਸ ਕਰਕੇ ਮੀਟਿੰਗ ਫਿਲਹਾਲ ਪੋਸਟਪੋਨ ਕਰਤੀ ਸੀ, ਪਰ ਏਜੰਡਾ ਹਜੇ ਵੀ ਬੜਾ ਇਹਦੇ ਚ ਲੁਕਵਾ ਹੈ ਕਿ ਕੀ ਉਹ UCC ਵਾਲਾ ਹੈ ਜਾਂ ਸਿਰਫ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਕਹੀ ਹੈ ਵੀ ਰਜਿਸਟ੍ਰੇਸ਼ਨ ਦਾ ਹੀ ਮਾਮਲਾ ਹੈ। ਇੰਦਰਪ੍ਰੀਤ ਜੀ, ਤੁਸੀਂ ਉਹ ਵੀ ਗੱਲ ਕਲੀਅਰ ਕਰ ਦਿਓ। ਮੈਂ ਦੇਖ ਰਿਹਾ ਸੀ ਤੁਸੀਂ ਕਿਸੇ ਤੋਂ ਜਾਣਨ ਦਾ ਯਤਨ ਕਰ ਰਹੇ ਸੀ ਮੈਸੇਜ ਭੇਜ ਕੇ ਕਿ ਕੋਈ ਸੈਸ਼ਨ ਕਦੋਂ ਤੱਕ ਖੁੱਲਾ ਛੱਡਿਆ ਜਾ ਸਕਦਾ ਜਿਹਦੀ ਬੈਠਕ ਦੁਬਾਰਾ ਕਨਵੀਨ ਕੀਤੀ ਜਾ ਸਕੇ, ਉਹ ਕੁਝ ਕਲੈਰਿਟੀ ਹੋਈ? ਹਾਂ, ਮੈਂ ਮਤਲਬ ਜਿਹੜੇ ਵਿਧਾਨ ਸਭਾ ਦੇ ਸਾਬਕਾ ਸੈਕਟਰੀ ਹੈਗੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਵੀ ਕਦੋਂ ਤੱਕ ਇਹ ਮਤਲਬ ਕੋਈ ਕੀ ਪ੍ਰੋਵੀਜ਼ਨ ਹੈ ਰੂਲਸ ਆਫ ਬਿਜ਼ਨਸ ਚ ਕਿ ਇਹਨੂੰ ਕਦੋਂ ਤੱਕ ਆਪਾਂ ਕਰ ਸਕਦੇ ਹਾਂ। ਤਾਂ ਉਹਨਾਂ ਨੇ ਕਿਹਾ ਵੀ
ਕੋਈ ਟਾਈਮ ਲਿਮਿਟ ਨਹੀਂ ਹੈ। ਜਿਵੇਂ ਗਵਰਨਰ ਸਾਹਿਬ ਕੋਲੇ ਬਿੱਲ ਰੱਖਣ ਦੀ ਟਾਈਮ ਲਿਮਿਟ ਹੁੰਦੀ ਹੈ ਵੀ ਜਿੰਨਾ ਮਰਜ਼ੀ ਟਾਈਮ ਤੱਕ ਉਹ ਰੱਖਣ ਬਿੱਲ, ਇਸੇ ਤਰ੍ਹਾਂ ਹੀ ਵਿਧਾਨ ਸਭਾ ਕੋਲ ਵੀ ਹੁੰਦੀ ਹੈ ਕਿੰਨਾ ਮਰਜ਼ੀ ਤੱਕ ਜਿਹੜਾ ਉਹ ਪ੍ਰੋਰੋਗ ਨਾ ਕਰਨ, ਖੁੱਲਾ ਰੱਖਣ, ਤੇ ਜਦੋਂ ਦੁਬਾਰਾ ਉਹਦੀ ਬੁਲਾਣੀ ਹੋਵੇ ਤੇ ਬੁਲਾ ਸਕਦੇ ਆ। ਹਾਂ, ਉਹ ਵਾਲੀ ਗੱਲ ਉਹਨਾਂ ਨੇ ਕਲੀਅਰ ਕੀਤੀ ਹੈਗੀ ਹੈ ਕਿ ਇਹ ਨਵਾਂ ਸੈਸ਼ਨ ਨਹੀਂ ਸੀ, ਇਹ ਪੁਰਾਣੇ ਸੈਸ਼ਨ ਦੀ ਹੀ ਇੱਕ ਮੀਟਿੰਗ ਸੀ ਜਿਹਨੂੰ ਰੀਕਨਵੀਨ ਕੀਤਾ ਹੈ, ਉਸ ਸੈਸ਼ਨ ਨੂੰ, ਹਾਊਸ ਨੂੰ ਰੀਕਨਵੀਨ ਕੀਤਾ। ਹਾਂ, ਪਰ ਮੈਨੂੰ ਇਹ ਜ਼ਰੂਰ ਹੁਣ ਦੱਸ ਦਿਓ, ਤੁਸੀਂ ਨਵਾਂ ਸਵਾਲ ਖੜਾ ਕਰਤਾ ਵੀ ਅਣਮਿੱਥੇ ਸਮੇਂ ਲਈ ਗਵਰਨਰ ਆਪਣੇ ਕੋਲੋਂ ਕੋਈ ਬਿੱਲ ਰੱਖ ਸਕਦੇ ਆ ਉੱਤੇ ਸਾਈਨ ਕੀਤੇ ਬਿਨਾ, ਉਹ ਉੱਥੇ ਕੋਈ ਪਾਬੰਦੀ ਨਹੀਂ ਹੁੰਦੀ? ਨਹੀਂ, ਉਹਦੇ ਦੇਖੋ ਰੂਲਸ ਚ ਮੈਂ ਵੀ ਉਹੀ ਕਹਿ ਰਿਹਾ ਨਾ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਦੇ ਆਉਂਦੀਆਂ ਨਹੀਂ ਹੈ, ਜਦੋਂ ਆਉਂਦੀਆਂ ਫੇਰ ਹੀ ਹੈ। ਜਿਵੇਂ ਆਪਾਂ ਉਸ ਦਿਨ ਡਿਸਕਸ ਕੀਤਾ ਸੀਗਾ ਕਿ ਵਿਜੀਲੈਂਸ ਕਮਿਸ਼ਨ ਨੂੰ ਭੰਗ ਕੀਤੇ ਹੋਏ ਨੂੰ ਵੀ ਦੇਖੋ ਸਾਲ ਤੋਂ ਉੱਪਰ ਹੋ ਚੁੱਕਿਆ, ਪਰ ਹਜੇ ਤੱਕ ਉਹ ਗਵਰਨਰ ਸਾਹਿਬ ਕੋਲ ਹੀ ਪਿਆ। 1 ਸਾਲ ਹੋ ਗਿਆ, ਗਵਰਨਰ ਸਾਹਿਬ ਨੇ ਉਹਨੂੰ ਅਜੇ ਤੱਕ ਨਾ ਤਾਂ ਰੱਦ ਕੀਤਾ ਤੇ ਨਾ ਹੀ ਸਾਈਨ ਕਰਕੇ ਭੇਜਿਆ, ਨਾ ਹੀ ਇਹ ਭੇਜਿਆ ਵੀ ਉਹਨਾਂ ਨੂੰ ਕਿਸ ਚੀਜ਼ ਤੇ ਕੋਈ ਇਤਰਾਜ਼ ਹੈ। ਸੋ ਚੱਲੀ ਜਾ ਰਿਹਾ 1 ਸਾਲ। ਮਤਲਬ ਤੁਸੀਂ ਦੇਖੋ ਕਿ ਜਦੋਂ ਅਸੀਂ ਕੋਈ ਕਾਨੂੰਨ ਬਣਾਉਂਦੇ ਹਾਂ ਤਾਂ ਇੱਕ ਇਹ ਹੁੰਦੀ ਹੈ, ਜਿਵੇਂ ਆਪਾਂ ਪਹਿਲਾਂ ਡਿਸਕਸ ਕਰਕੇ ਹਟੇ ਹਾਂ, ਜਿਹੜਾ ਆਰਡੀਨੈਂਸ ਅੱਜ ਬਿੱਲ ਦਾ ਰੂਪ ਲੈਣ ਜਾ ਰਿਹਾ ਦਿੱਲੀ ਵਾਲਾ, ਉਸ ਤੇ ਵੀ ਆਪਾਂ ਇਹੀ ਡਿਸਕਸ ਕਰਕੇ ਹਟੇ ਸੀਗੇ ਕਿ ਕਈ ਵਾਰੀ ਸਰਕਾਰਾਂ ਨੂੰ ਬਹੁਤ ਇਮੀਡੀਏਟ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਹੈ ਔਰ ਉਹਦੇ ਲਈ ਕਾਨੂੰਨ ਲਿਆਉਣਾ ਪੈਂਦਾ ਹੈ, ਪਰ ਉਦੋਂ ਤੱਕ ਕੋਈ ਸੈਸ਼ਨ ਨਹੀਂ ਹੁੰਦਾ ਤਾਂ ਉਹਦਾ ਕੀ ਪ੍ਰੋਵੀਜ਼ਨ ਹੈ ਫਿਰ ਕਿ ਆਰਡੀਨੈਂਸ ਸਰਕਾਰ ਲਿਆ ਕੇ ਉਸ ਆਪਣੀ ਜ਼ਰੂਰਤ ਨੂੰ ਪੂਰਾ ਕਰ ਲੈਂਦੀ ਹੈ, ਤੇ 6 ਮਹੀਨੇ ਬਾਅਦ ਜਦੋਂ ਵੀ ਸੈਸ਼ਨ ਕਾਲ ਹੁੰਦਾ ਤਾਂ ਉਹਦੇ ਵਿੱਚ ਬਿੱਲ ਲਿਆ ਕੇ ਪੂਰਾ ਕਰ ਦਿੰਦੇ ਆ। ਪਰ ਹੁਣ ਤੁਸੀਂ ਦੇਖੋ ਇੱਥੇ ਤਾਂ ਬਿੱਲ ਹੀ ਚਲਾ ਗਿਆ, ਕਾਨੂੰਨ ਜ਼ਰੂਰੀ ਹੈ, ਸਰਕਾਰ ਨੇ ਇੱਕ ਵਿਜੀਲੈਂਸ ਕਮਿਸ਼ਨ ਜਿਹੜਾ ਉਹਨੂੰ ਭੰਗ ਕਰਤਾ ਹੈ, ਪਰ ਹਜੇ ਤੱਕ ਉਸਦੇ ਉੱਤੇ ਸਾਈਨ ਹੋ ਕੇ ਹੀ ਨਹੀਂ ਆਏ। 1 ਸਾਲ ਤੋਂ ਉੱਪਰ ਹੋ ਗਿਆ। ਸੋ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹ ਫਿਰ ਉੱਥੇ ਦੀਆਂ ਉੱਥੇ ਖੜੀਆਂ ਰਹਿ ਜਾਂਦੀਆਂ ਨੇ। ਸੋ ਮੈਨੂੰ ਲੱਗਦਾ ਵੀ ਇੱਥੇ ਵੀ ਮਤਲਬ ਜਿਹੜੇ ਵਿਆਖਿਆ ਹੋਣੀ ਚਾਹੀਦੀ ਹੈ ਵੀ ਗਵਰਨਰ ਕਿੰਨੀ ਚਿਰ ਤੱਕ ਇਹ ਰੋਕ ਸਕਦੇ ਆ, ਇਹਦੀ ਇੱਕ ਟਾਈਮ ਲਿਮਿਟ ਤਾਂ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ, ਹੋਣੀ ਚਾਹੀਦੀ ਹੈ, ਪਰ ਕਈ ਕੁਝ ਹੋਣਾ ਚਾਹੀਦਾ ਜਿਹੜਾ ਨਹੀਂ ਹੁੰਦਾ, ਭਾਣਾ ਮੰਨਣਾ ਪੈਂਦਾ ਹੈ। ਭਾਸਕਰ ਸਾਹਿਬ, ਅੱਜ ਹੁਣ ਅਸੀਂ ਕਾਫੀ ਅੱਗੇ ਲੰਘ ਆਏ ਆ, ਅਗਲੇ ਪ੍ਰੋਗਰਾਮ 'ਚ ਤੁਹਾਨੂੰ ਖੁੱਲਾ ਸਮਾਂ, ਤੁਸੀਂ ਜੋ ਮਰਜ਼ੀ ਕਹੋ, ਜਿੱਦਾਂ ਮਰਜ਼ੀ ਕਹੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।